ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੀ ਨਾਸ਼ਕ ਬਿਘਨਨ ਕੀ ਨਾਸ਼ਕ। ਹਰ ਗੋਬਿੰਦ ਸ਼ੁਭ ਸਮਾਪਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੱਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤੇ। ਦੋਹਰਾ ਤੀਨੋ ਕਾਲ ਸੋ ਅਚਲ ਰਹੈ। ਅਲੰਬ ਸਕਲ ਜਗ ਜਾਲ। ਜਾਲ ਕਾਲ ਲਖ ਮੁਚਤ ਜਿਸ ਕਰਤਾ ਪੁਰਖ ਅਕਾਲ। ਤੀਨੋ ਕਾਲ ਸੋ ਅਚਲ ਰਹੈ। ਸਤਿਗੁਰੂ ਗਰੀਬ ਨਿਵਾਜ ਹਲਤ ਪਲਤ ਕੇ ਰਖਿਅਕ। ਧਰਤੀ ਨੂੰ ਧੀਰਜ ਬਖਸ਼ਣਹਾਰ। ਚਬਰ ਛਤਰ ਤਖਤ ਦੇ ਮਾਲਕ। ਬਾਣੀ ਕੇ ਬੋਹਿਥ ਕਲਯੁਗੀ ਜੀਵਾਂ ਨੂੰ ਤਾਰਨਹਾਰ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਜ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਮਹਾਰਾਜ ਜੀ ਦੇ ਵੱਲੋਂ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਜੀ ਦੀ ਕਿਰਪਾ ਹੋਈ ਹੈ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਜਗਤ ਗੁਰੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸ੍ਰੀਮਾਨ ਜਪੀ ਤਪੀ ਬ੍ਰਹਮ ਗਿਆਨੀ ਸੰਤ ਬਾਬਾ ਖੇਮ ਸਿੰਘ ਜੀ ਦੇ ਅਸਥਾਨ ਤੇ ਗੁਰਦੁਆਰਾ ਅਕਾਲ ਬੁੰਗਾ ਕੁਟੀਆ ਦੇ ਉੱਤੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਗਰੀਬ ਨਵਾਜ ਜੀ ਦੇ ਅਵਤਾਰ ਦੀ ਪ੍ਰਸੰਨਤਾ ਨੂੰ ਲੈ ਕਰਕੇ ਜੋ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਸ ਦੇ ਕਰਤਾ ਕਵੀ ਭਾਈ ਕਵੀ ਸੰਤੋਖ ਸਿੰਘ ਸਾਹਿਬ ਜੀ ਹਨ, ਉਹਨਾਂ ਦੇ ਗ੍ਰੰਥ ਦੀ ਕਥਾ ਸੰਧਿਆ ਦੇ ਵੇਲੇ ਪ੍ਰਾਰੰਭ ਹੋਈ ਹੈ। ਜਿਹੜੀ ਕਥਾ ਗਰੀਬ ਨਵਾਜ ਜੀ ਦੀ ਹਜ਼ੂਰੀ ਦੇ ਅੰਦਰ ਸਾਰੇ ਸਿੱਖ ਪੰਥ ਦੇ ਅੰਦਰ ਜੋ ਵੱਡੇ ਵੱਡੇ ਅਸਥਾਨ ਹਨ, ਸਾਰਿਆਂ ਸਥਾਨਾਂ ਤੇ ਸ੍ਰੀ ਅਕਾਲ ਤਖਤ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਇਸੇ ਪ੍ਰਕਾਰ ਜਿਤਨੇ ਹੋਰ 4 ਤਖਤ ਹਨ, ਸਾਰਿਆਂ ਤੇ ਇਸ ਗ੍ਰੰਥ ਦੀ ਕਥਾ ਹੁੰਦੀ ਹੈ, ਜੋ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਰਵਣ ਕਰਦੀਆਂ ਹਨ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਤੇ ਇਸ ਖੁਸ਼ੀ ਨੂੰ ਜਤਾਉਂਦਿਆਂ ਹੋਇਆਂ ਕਰਨੀ ਤਾਂ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਪ੍ਰਾਰੰਭ ਸੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਇਤਿਹਾਸ ਹੈ, ਜਿਹੜਾ ਇਤਿਹਾਸ ਕਵੀ ਭਾਈ ਸੰਤੋਖ ਸਿੰਘ ਜੀ ਦੀ ਕਲਮ ਨੇ ਲਿਖ ਦਿੱਤਾ, ਜੋ ਇਹਨਾਂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਹੈ, ਜਿਸ ਦੇ 4 ਭਾਗ ਹਨ। ਜਿਸ ਕਲਮ ਦੇ ਨਾਲ ਕਵੀ ਜੀ ਨੇ, ਭਾਈ ਸਾਹਿਬ ਜੀ ਨੇ ਗਰੀਬ ਨਵਾਜ ਜੀ ਦੀ ਵਡਿਆਈ ਲਿਖ ਦਿੱਤੀ ਹੈ, ਮੇਰੇ ਖਿਆਲ ਦੇ ਨਾਲ ਕੋਈ ਹੋਰ ਐਸਾ ਕਵੀ ਨਹੀਂ ਹੋਇਆ ਜਿਸ ਨੇ ਇਤਨੀ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਜੀਵਨ ਕਾਲ ਦੀ ਕਥਾ ਲਿਖੀ ਹੋਵੇ। ਸੋ ਗਰੀਬ ਨਵਾਜ ਜੀ ਦੀ ਕਿਰਪਾ ਹੋਈ ਹੈ। ਸਭ ਤੋਂ ਪਹਿਲਾਂ ਅੱਜ ਦੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਜੋ ਹੋਇਆ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੁਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਾਂ ਗਰੀਬ ਨਵਾਜ ਜੀ ਦੀ ਵਡਿਆਈ 'ਚ ਬਚਨ ਆਉਂਦੇ ਹਨ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਅੰਮ੍ਰਿਤ ਵੇਲੇ 1.5 ਪਹਿਰ ਰਾਤ ਰਹਿੰਦਿਆਂ ਗਰੀਬ ਨਵਾਜ ਜੀ ਨੇ ਆਪਣਾ ਅਵਤਾਰ ਧਾਰਨ ਕੀਤਾ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਪ੍ਰਾਰੰਭ ਦੂਸਰੀ ਪੋਥੀ ਤੋਂ ਹੁੰਦਾ ਹੈ, ਪਰ ਅੱਜ ਆਪਾਂ ਜੋ 5ਵੀਂ ਪੋਥੀ ਉਹ ਆਰੰਭ ਕਰ ਰਹੇ ਹਾਂ। ਮੈਂ ਕਵੀ ਜੀ ਦੇ ਜੀਵਨ ਦੇ ਬਾਰੇ ਥੋੜੀ ਬੇਨਤੀ ਕਰਾਂ ਕਿ ਕਿਸ ਪ੍ਰਕਾਰ ਇਹ ਗ੍ਰੰਥ ਲਿਖਿਆ ਗਿਆ, ਕਿੱਥੇ ਲਿਖਿਆ ਗਿਆ, ਕੀ ਕਾਰਨ ਬਣਿਆ। ਇਹ ਜੋ ਸਾਰੇ ਕਾਰਨ ਹਨ ਗ੍ਰੰਥ ਲਿਖਣ ਦੇ ਜਾਂ ਕਿੱਥੇ ਲਿਖਿਆ ਹੈ, ਜਿਹੜੀ ਗੁਰਪ੍ਰਤਾਪ ਨਾਨਕ ਪ੍ਰਕਾਸ਼ ਦੀ ਪਹਿਲੀ ਪੋਥੀ ਹੈ ਨਾ, ਉਹਦੇ ਅੰਦਰ ਇਹ ਸਾਰਾ ਜ਼ਿਕਰ ਆਉਂਦਾ ਹੈ ਕਿ ਕਵੀ ਜੀ ਨੇ ਆਪਣਾ ਸਾਰਾ ਜੀਵਨ ਕਾਲ ਦੱਸਿਆ। ਕਵੀ ਜੀ ਉਸ ਲਿਖਤ ਦੇ ਅੰਦਰ ਦੱਸਦੇ ਨੇ,
ਕਵੀ ਭਾਈ ਸੰਤੋਖ ਸਿੰਘ ਜੀ ਗਰੀਬ ਨਵਾਜ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੜੇ ਵੱਡੇ ਸਿੱਖ ਹੋਏ ਹਨ ਤੇ ਪੂਰਨ ਬ੍ਰਹਮ ਗਿਆਨੀ ਹੋਏ ਹਨ। ਇਸ ਗ੍ਰੰਥ ਸਾਧ ਸੰਗਤ ਜੀ 1900 ਸਨ ਤੋਂ ਵੀ ਪਹਿਲਾਂ ਲਿਖਿਆ ਗਿਆ। ਕਵੀ ਜੀ ਦਾ ਜਿਹੜਾ ਨਗਰ ਹੈ ਅੰਮ੍ਰਿਤਸਰ ਇਲਾਕੇ ਦੇ ਅੰਦਰ, ਤਰਨਤਾਰਨ ਜ਼ਿਲ੍ਹੇ ਦੇ ਅੰਦਰ ਨੂਰ ਦੀ ਪਿੰਡ ਕਵੀ ਜੀ ਦਾ ਦਾਸ ਨੇ ਦਰਸ਼ਨ ਕੀਤੇ। ਉੱਥੇ ਜਾ ਕੇ ਨੂਰ ਦੀ ਪਿੰਡ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਝੂਲਣੇ ਮਹਿਲ ਗੁਰਦੁਆਰਾ ਨਾ ਝੂਲਣੇ ਮਹਿਲ ਆਪ ਜੀ ਨੇ ਦਰਸ਼ਨ ਕੀਤੇ ਹੋਵੇ। ਉਸ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਕਵੀ ਜੀ ਦਾ ਪਿੰਡ ਹੈ ਨੂਰ ਦੀ, 2 ਕਿਲੋਮੀਟਰ ਦੇ ਫਰਕ ਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਝੂਲਣੇ ਮਹਿਲ ਦਾ ਇਤਿਹਾਸ ਇਤਨਾ ਸਮਾਂ ਨਹੀਂ ਕਿ ਆਪ ਜੀ ਦੇ ਨਾਲ ਸਾਂਝਾ ਕਰੀਏ। ਸੋ ਨੂਰ ਦੀ ਪਿੰਡ ਕਵੀ ਸੰਤੋਖ ਸਿੰਘ ਜੀ ਦਾ ਪਿੰਡ ਹੈ ਤੇ ਉੱਥੋਂ ਦੇ ਰਹਿਣ ਵਾਲੇ ਕਵੀ ਜੀ, ਇਹਨਾਂ ਨੇ ਜਿਹੜੀ ਵਿਦਿਆ ਹੈ, ਇਹ ਵਿਦਿਆ ਜਦੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੇਰੇ ਚੰਗੀ ਤਰ੍ਹਾਂ ਯਾਦ ਨਹੀਂ, ਉੱਥੇ ਜੋ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਗਿਆਨੀਆਂ ਦਾ ਬੁੰਗਾ ਕਿਹਾ ਜਾਂਦਾ, ਉੱਥੇ ਰਹਿ ਕਰਕੇ ਕਵੀ ਜੀ ਨੇ ਮਹਾਂਪੁਰਖਾਂ ਦੇ ਕੋਲੋਂ ਸਾਰੀ ਵਿਦਿਆ ਪੜ੍ਹੀ। ਜਿਤਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ, ਵਿਦਾਂਤ ਦੇ ਗ੍ਰੰਥ, ਇਹ ਕਵੀ ਸੰਤੋਖ ਸਿੰਘ ਜੀ ਨੇ ਸਾਰੀ ਵਿਦਿਆ ਉੱਥੇ ਰਹਿ ਕੇ ਦਮਦਮੀ ਟਕਸਾਲ ਦੇ ਪਾਸੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹੋਰ ਗ੍ਰੰਥ ਪੜ੍ਹਨ ਦੇ ਵਾਸਤੇ ਬੜੀ ਜਗ੍ਹਾ ਜਾਇਆ ਕਰਦੇ, ਪਰ ਇਹਨਾਂ ਦੇ ਮਨ ਦੇ ਅੰਦਰ ਇਹ ਫੁਰਨਾ ਸੀ ਕਿ ਅਸੀਂ ਮਹਾਰਾਜ ਜੀ ਦਾ ਇਤਿਹਾਸ ਲਿਖਣਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਕਾਲ ਦਾ ਜਿਹੜਾ ਇਤਿਹਾਸ ਹੈ ਨਾ ਉਹ ਲਿਖਣਾ ਹੈ। ਸੋ ਮਨ ਦਾ ਫੁਰਨਾ ਹੋਣ ਕਰਕੇ ਬੜਾ ਚਿਰ, ਬੜਾ ਲੰਮਾ ਸਮਾਂ ਲੰਘ ਗਿਆ ਪੰਥ ਦੇ ਵਿੱਚ ਵਿਚਰਦਿਆਂ ਹੋਇਆਂ। ਇਸ ਗ੍ਰੰਥ ਤੋਂ ਇਲਾਵਾ ਵੀ ਕਵੀ ਜੀ ਨੇ ਹੋਰ ਬੜੇ ਗ੍ਰੰਥ ਲਿਖੇ ਹੈ। ਇੱਕ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ ਜਿਸ ਦਾ ਨਾਮ ਗਰਭਗੰਜਨੀ ਟੀਕਾ ਹੈ। ਉਹ ਇੱਕ ਸਾਧੂ ਆਪਣੇ ਆਪ ਨੂੰ ਕਹਾਉਂਦਾ ਸੀ ਸੰਤ, ਉਹਨੇ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਟੀਕਾ ਲਿਖਿਆ, ਤੇ ਉਹ ਜਿੱਥੇ ਵੀ ਜਪਜੀ ਸਾਹਿਬ ਦੇ ਅਰਥ ਕਰਿਆ ਕਰੇ ਜਾਂ ਟੀਕਾ ਲਿਖਿਆ ਕਰੇ, ਉਹ ਬਾਅਦ ਦੇ ਵਿੱਚ ਇਹ ਗੱਲ ਲਿਖ ਦਿੰਦਾ ਕਿ ਜਿਹੜੀ ਇਹ ਜਪਜੀ ਸਾਹਿਬ ਦੀ ਬਾਣੀ ਹੈ ਨਾ, ਮੈਂ ਜਿਤਨੇ ਇਹਦੇ ਅਰਥ ਕਰ ਦਿੱਤੇ ਹੈ ਇੰਨੇ ਹੀ ਇਹਦੇ ਅਰਥ ਹੈ, ਹੋਰ ਇਸ ਤੋਂ ਵੱਧ ਕੋਈ ਹੋਰ ਅਰਥ ਨਹੀਂ ਕਰ ਸਕਦਾ। ਉਹਨੇ ਕਹਿਣਾ ਕਿ ਇਹ ਜਪਜੀ ਸਾਹਿਬ ਦੀ ਬਾਣੀ ਦੇ ਇੰਨੇ ਹੀ ਅਰਥ ਹੈ, ਪਰ ਉਹਨੂੰ ਨਹੀਂ ਪਤਾ ਕਿ ਮਹਾਰਾਜ ਜੀ ਦੀ ਬਾਣੀ ਦਾ ਬੇਅੰਤ ਆ। ਇਸ ਬਾਣੀ ਦਾ ਕਿਸੇ ਨੇ ਅੰਤ ਨਹੀਂ ਪਾਇਆ ਅੱਜ ਤੱਕ। ਜਦੋਂ ਕਵੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਫਿਰ ਇਹਨਾਂ ਨੇ ਉਹ ਜਪਜੀ ਸਾਹਿਬ ਦਾ ਟੀਕਾ ਲਿਖਿਆ, ਜਿਸ ਟੀਕੇ ਨੂੰ ਸਾਧ ਸੰਗਤ ਜੀ ਕੋਈ ਆਮ ਮਨੁੱਖ ਨਹੀਂ ਪੜ੍ਹ ਸਕਦਾ, ਆਮ ਮਨੁੱਖ ਦੀ ਸਮਝ ਨਹੀਂ ਆ ਸਕਦੀ। ਕੋਈ ਵਿਦਵਾਨ ਵੀ ਵੱਡਾ ਹੋਵੇ ਉਹ ਵੀ ਅਰਥ ਪੜ੍ਹਨ ਦੇ ਵਿੱਚ ਅਲਝ ਜਾਂਦਾ। ਇਤਨੇ ਮਹਿੰਗੇ ਅਰਥ ਫਿਰ ਕਵੀ ਜੀ ਨੇ ਲਿਖੇ। ਉਹਦਾ ਹੰਕਾਰ ਨਾਸ਼ ਕੀਤਾ ਤੇ ਜਪਜੀ ਸਾਹਿਬ ਦੇ ਵਿੱਚ ਜਿੰਨੇ ਉਹਨੇ ਅਰਥ ਕੀਤੇ ਸੀ ਉਹ ਤੋਂ ਵੱਧ ਲਿਖ ਕੇ ਦੱਸੇ। ਫਿਰ ਉਸ ਟੀਕੇ ਦਾ ਨਾਮ ਹੀ ਗਰਭਗੰਜਨੀ ਰੱਖ ਦਿੱਤਾ। ਗਰਭ ਨਾਮ ਹੰਕਾਰ ਦਾ ਹੁੰਦਾ ਤੇ ਗੰਜਨੀ ਨਾਮ ਨਾਸ਼ ਕਰਨ ਦਾ। ਜਿਹੜਾ ਟੀਕਾ ਹੰਕਾਰ ਨੂੰ ਨਾਸ਼ ਕਰਨ ਵਾਲਾ ਹੋਵੇ ਉਹ ਗਰਭਗੰਜਨੀ ਟੀਕਾ ਫਿਰ ਕਵੀ ਸੰਤੋਖ ਸਿੰਘ ਜੀ ਨੇ ਲਿਖ ਕੇ ਪੰਥ ਨੂੰ ਭੇਟਾ ਕੀਤਾ। ਤੇ ਹੋਰ ਵੀ ਬੜੇ ਗ੍ਰੰਥ ਲਿਖੇ, ਤੇ ਪਰ ਮਨ ਦੇ ਵਿੱਚ ਇਹ ਮਾਹ ਸੀ ਕਿ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਲਿਖਣਾ ਹੈ। ਪਰ ਕੋਈ ਸਮਾਂ ਨਹੀਂ ਬਣ ਰਿਹਾ ਸੀ ਜ਼ਿੰਦਗੀ ਦੇ ਅੰਦਰ। ਤਾਂ ਇੱਕ ਵਾਰ ਕਵੀ ਜੀ ਕੈਂਥਲ ਦੇ ਰਾਜੇ ਦੇ ਕੋਲ ਗਏ। ਉਹਨਾਂ ਰਾਜੇ ਦਾ ਵੀ ਸਾਧ ਸੰਗਤ ਜੀ ਇਤਿਹਾਸ ਪਿੱਛੋਂ ਗੁਰੂਆਂ ਦੇ ਨਾਲ ਜੁੜਦਾ ਸੀ। ਬੜਾ ਲੰਬਾ ਇਤਿਹਾਸ ਹੈ।
ਮੈਂ ਸੰਖੇਪ ਰੂਪ ਦੇ ਵਿੱਚ ਬੇਨਤੀ ਕਰਾਂ, ਕਿਉਂਕਿ ਕਥਾ ਵੀ ਪ੍ਰਾਰੰਭ ਕਰਨੀ ਹੈ। ਤੋ ਸਾਧ ਸੰਗਤ ਜੀ, ਜਦੋਂ ਉੱਥੇ ਜਾ ਕੇ ਰਾਜੇ ਦੇ ਕੋਲ ਇਹਨਾਂ ਆਪਣਾ ਫੁਰਨਾ ਦੱਸਿਆ ਕਿ ਸਾਡਾ ਇਹ ਫੁਰਨਾ ਹੈ, ਤਾਂ ਰਾਜੇ ਨੇ ਆਖਿਆ ਕਿ ਤੁਸੀਂ ਇੰਝ ਕਰੋ, ਕੈਂਥਲ ਦੇ ਰਾਜੇ ਨੇ, ਕਿ ਤੁਸੀਂ ਗ੍ਰੰਥ ਦੀ ਪ੍ਰਾਰੰਭਤਾ ਕਰੋ। ਜਿੰਨਾ ਖਰਚਾ ਆਵੇਗਾ, ਜੋ ਲੋੜੀਂਦੀਆਂ ਵਸਤੂਆਂ ਤੁਹਾਨੂੰ ਚਾਹੀਦੀਆਂ, ਉਹ ਮੈਂ ਪਹੁੰਚਾਵਾਂਗਾ, ਪਰ ਤੁਸੀਂ ਮਹਾਰਾਜ ਦਾ ਇਤਿਹਾਸ ਲਿਖੋ। ਤੋ ਸਾਧ ਸੰਗਤ ਜੀ, ਉੱਥੇ ਰਹਿ ਕੇ ਫਿਰ ਕਵੀ ਜੀ ਨੇ ਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਲਿਖਣਾ ਪ੍ਰਾਰੰਭ ਕੀਤਾ। ਇਤਿਹਾਸ ਕਿਵੇਂ ਲਿਖਿਆ ਕਰਦੇ, ਇਹਦੇ ਜੀਵਨ ਦੀ ਬਾਬਤ ਦੱਸਿਆ ਜਾਂਦਾ। ਕਵੀ ਜੀ ਦਾ ਜਿਹੜਾ ਜੀਵਨ ਸੀ ਨਾ, ਭਾਈ ਸੰਤੋਖ ਸਿੰਘ ਜੀ ਦਾ ਬੜਾ ਵੱਡਾ ਜੀਵਨ ਸੀ, ਬੜੀ ਕਮਾਈ ਵਾਲਾ ਜੀਵਨ ਸੀ। ਡੇਢ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਕਵੀ ਜੀ ਨੇ ਉੱਠ ਜਾਣਾ। ਪਹਿਲਾਂ ਤਾਂ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਸਮਾਧੀ ਲਾਉਣੀ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰਨਾ, ਫਿਰ ਨਿਤਨੇਮ ਕਰਨਾ। ਫਿਰ ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਸੀ, ਉਹ ਘਰ ਦੇ ਅੰਦਰ ਕੀਤਾ ਹੋਇਆ ਸੀ। ਤੇ ਫਿਰ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਹਿਜ ਪਾਠ ਕਰਨਾ। ਤਕਰੀਬਨ ਅੰਮ੍ਰਿਤ ਵੇਲੇ ਦੇ ਉੱਠਿਆ ਹੋਇਆਂ ਨੇ ਘੱਟੋ ਘੱਟ ਵੀ 10-11 ਵਜੇ ਤੱਕ, ਜਦੋਂ ਸੂਰਜ ਐਨ ਨੂੰ ਚੜ੍ਹ ਜਾਣਾ, ਉਸ ਵੇਲੇ ਬਾਹਰ ਆਉਣਾ। ਤਾਂ ਫਿਰ ਉੱਥੇ ਕਵੀ ਜੀ ਦੇ ਜਿਹੜੇ ਨਾਲ ਪੜ੍ਹਨ ਵਾਲੇ ਹੀ ਵਿਦਿਆਰਥੀ, ਉਹ ਬੈਠਿਆ ਕਰਦੇ। ਤੇ ਇੱਕ ਕਵੀ ਜੀ ਹੁਣਾਂ ਦਾ ਭਾਣਜਾ ਤੇ ਭਤੀਜਾ, ਸ਼ਾਇਦ ਇਸ ਪ੍ਰਕਾਰ, ਉਹ ਵੀ ਵਿੱਚ ਉਹਨਾਂ ਵਿਦਿਆਰਥੀਆਂ ਦੇ ਬੈਠਿਆ ਕਰਦਾ। ਉਸ ਵੇਲੇ ਕਵੀ ਜੀ ਨੇ ਸਾਧ ਸੰਗਤ ਜੀ ਹੱਥਾਂ ਦੇ ਵਿੱਚ 2 ਘੜੇ ਪਾਏ ਹੋਣੇ ਤੇ ਚੌਂਕੜਾ ਲਾ ਕਰਕੇ ਬੈਠ ਜਾਣਾ। ਕਾਵ ਰੂਪ ਦੇ ਅੰਦਰ, ਜਿਵੇਂ ਆਪ ਜੀ ਨੇ ਕਥਾ ਸਰਵਣ ਕਰਨੀ ਹੈ, ਕਾਵ ਰੂਪ ਦੇ ਅੰਦਰ ਫਿਰ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਨਾ, ਇਹ ਫਿਰ ਆਪਣੇ ਮੁਖ ਤੋਂ ਉਚਾਰਨੀ ਸ਼ੁਰੂ ਕੀਤੀ। ਉਹਨਾਂ ਆਪਣੇ ਮੁਖ ਤੋਂ ਇਹ ਕਾਵ ਰਚਨਾ, ਜਿਹੜੀ ਕਵਿਤਾ ਉਚਾਰੀ ਜਾਣੀ। ਤੇ ਜਿਹੜੇ ਲਿਖਾਰੀ ਸੀ ਵਿਦਿਆਰਥੀ, ਉਹਨਾਂ ਆਪਣੀਆਂ ਕਾਪੀਆਂ ਦੇ ਉੱਤੇ, ਜਾਂ ਕਹਿ ਲਈਏ ਇੱਕ ਗ੍ਰੰਥ ਦੇ ਉੱਤੇ ਲਿਖੀ ਜਾਣੀ ਫਟਾਫਟ। ਤੇ ਨਾ ਤਾਂ ਕਵੀ ਜੀ ਨੇ ਇਹ ਦੱਸਣਾ ਕਿ ਮੈਂ ਆਹ ਚਾਲ ਦੇ ਵਿੱਚ ਉਚਾਰਨ ਕਰਨ ਲੱਗਾ, ਜਾਂ ਦੋਹਰੇ ਦੇ ਅੰਦਰ, ਜਾਂ ਆਹ ਛੰਦ ਦੇ ਅੰਦਰ। ਜਿਹੜੇ ਕੜੇ ਪਾਏ ਹੋਣੇ ਨਾ, ਉਹ ਦੋਵਾਂ ਹੱਥਾਂ ਦੇ ਨਾਲ ਕੜੇ ਇੱਕ ਦੂਜੇ ਨਾਲ ਵਜਾਣੇ, ਟਕਰਾਉਣੇ। ਤੇ ਉਹ ਕੜਿਆਂ ਦੀ ਚਾਲ ਦੇ ਨਾਲ ਜਿਹੜਾ ਛੰਦ ਬਣ ਜਾਵੇ, ਉਹ ਲਿਖਾਰੀਆਂ ਨੇ ਆਪ ਹੀ ਸਮਝ ਕਰਕੇ ਉਸ ਛੰਦ ਦੀ ਚਾਲ ਦੇ ਨਾਲ ਉਹ ਕਵਿਤਾ ਲਿਖ ਦੇਣੀ। ਤੋ ਇਸ ਪ੍ਰਕਾਰ ਕਵਿਤਾ ਲਿਖੀ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਉਚਾਰਨ ਕਰੀ ਗਏ। ਦੱਸਿਆ ਜਾਂਦਾ ਕਿ ਭਗਤ ਨਾਮਦੇਵ ਜੀ ਨੂੰ 72 ਵਾਰ ਪਰਮੇਸ਼ਰ ਦੇ ਦਰਸ਼ਨ ਹੋਏ। 72 ਵਾਰ ਭਗਤ ਨਾਮਦੇਵ ਜੀ ਨੂੰ 72 ਵਾਰ ਦਰਸ਼ਨ ਹੋਏ ਮਹਾਰਾਜ ਦੇ, ਅਕਾਲ ਪੁਰਖ ਵਾਹਿਗੁਰੂ ਦੇ। ਤੇ ਕਵੀ ਜੀ ਦੀ ਜੀਵਨ ਦੀ ਬਾਬਤ ਆਉਂਦਾ ਕਿ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 72 ਵਾਰ ਦਰਸ਼ਨ ਹੋਏ ਪੂਰੇ ਜ਼ਿੰਦਗੀ ਦੇ ਸਮੇਂ ਵਿੱਚ। ਇਤਨੀ ਬਖਸ਼ਿਸ਼ ਸੀ ਕਵੀ ਜੀ ਉੱਤੇ। ਤੋ ਇਸ ਪ੍ਰਕਾਰ ਬੰਦਗੀ ਨਾਲ ਕਰਦਿਆਂ, ਮਹਾਰਾਜ ਦਾ ਨਾਮ ਧਿਆਉਂਦਿਆਂ ਹੋਇਆਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਨਾ, ਹੋਰ ਕਵੀਆਂ ਨੇ ਵੀ ਬੜੇ ਗ੍ਰੰਥ ਲਿਖੇ ਹਨ, ਪਰ ਕਹਿਣ ਦੀ ਇਹਨਾਂ ਦੀ ਵਡਿਆਈ ਦੇ ਵਿੱਚ ਕਿਹਾ ਜਾਂਦਾ ਕਿ ਕਵੀ ਸੰਤੋਖ ਸਿੰਘ ਜੀ ਨੇ ਗਿੱਠਾਂ ਦੇ ਨਾਲ ਮਿਣ ਕੇ ਮਹਾਰਾਜ ਜੀ ਦਾ ਇਤਿਹਾਸ ਲਿਖਿਆ। ਗਿੱਠਾਂ ਦੇ ਨਾਲ ਮਿਣ ਕੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਗਏ, ਇਸ ਵੇਲੇ ਕਿਸ ਸਿੱਖ ਨੂੰ ਉਪਦੇਸ਼ ਦਿੱਤਾ, ਸਾਰੇ ਨਾਮ, ਸਾਰੀਆਂ ਜਗ੍ਹਾ। ਫਿਰ ਜਿਸ ਦਾ ਇਤਿਹਾਸ ਜਿਸ ਜਗ੍ਹਾ ਦਾ ਉੱਤੇ ਲਿਖਣਾ ਹੋਵੇ, ਮਹਾਰਾਜ ਜੀ ਫਲਾਨੀ ਜਗ੍ਹਾ ਗਏ, ਕਵੀ ਜੀ ਫਿਰ ਉੱਥੇ ਆਪ ਜਾਇਆ ਕਰਦੇ, ਆਪ ਖੋਜ ਪੜਤਾਲ ਕਰਕੇ ਤੇ ਫਿਰ ਉਹ ਇਤਿਹਾਸ ਲਿਖਣਾ। ਇਸ ਪ੍ਰਕਾਰ ਸਾਧ ਸੰਗਤ ਜੀ ਬੜਾ ਲੰਮਾ ਸਮਾਂ ਲੱਗਾ
ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਜਿੱਥੇ ਜਿੱਥੇ ਵੀ ਪਤਾ ਸੀ, ਜਿੰਨੀ ਮਹਾਰਾਜ ਜੀ ਨੇ ਕਿਰਪਾ ਕੀਤੀ, ਆਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੰਨੀ ਕੋਲ ਬੈਠ ਕਰਕੇ ਕਵੀ ਜੀ ਦੇ ਉੱਤੇ ਬਖਸ਼ਿਸ਼ ਕੀਤੀ, ਉਹਨਾਂ ਇਤਿਹਾਸ ਸਾਰਾ ਲਿਖਿਆ। ਤੋ 4 ਪੋਥੀਆਂ ਇਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੀਆਂ ਜਦੋਂ ਲਿਖੀਆਂ ਗਈਆਂ, ਸੰਪੂਰਨ ਹੋ ਗਿਆ। ਉਸ ਵੇਲੇ ਜਿਹੜਾ ਉਹ ਕੈਂਥਲ ਦਾ ਰਾਜਾ ਸੀ, ਉਹਨੇ ਸਾਰਾ ਇਤਿਹਾਸ ਕਵੀ ਜੀ ਤੋਂ ਸੁਣਿਆ, ਪੜ੍ਹਿਆ, ਸ਼ਰਧਾ ਧਾਰਨ ਕੀਤੀ। ਤੇ ਕਵੀ ਜੀ ਕਹਿੰਦੇ ਮੇਰੇ ਮਨ ਦਾ ਫੁਰਨਾ ਸੀ ਕਿ ਮਹਾਰਾਜ ਦਾ ਇਤਿਹਾਸ ਲਿਖਣਾ ਸੀ, ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਲਿਖਾ ਲਿਆ ਹੈ। ਉਸ ਵੇਲੇ ਕੈਂਥਲ ਦੇ ਰਾਜ ਨੇ ਬੇਨਤੀ ਕੀਤੀ, ਮਹਾਰਾਜ ਹੁਣ ਕਵੀ ਜੀ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਤਾਂ ਲਿਖਿਆ ਹੀ ਹੈ, ਤੇ ਬਾਕੀ ਜਿਹੜੇ 9 ਸਤਿਗੁਰੂ ਹੈ ਉਹਨਾਂ ਦਾ ਵੀ ਇਤਿਹਾਸ ਲਿਖ ਦਿਓ, ਤੇ ਪੰਥ ਦੀ ਭੇਟਾ ਚੜਾ ਦਿਓ ਕਿ ਸਾਰੇ ਸਿੱਖਾਂ ਦੇ ਵਿੱਚ ਇਸ ਗ੍ਰੰਥ ਦਾ ਫਿਰ ਫੈਲਾਅ ਹੋਵੇ, ਇਹਦੀ ਕਥਾ ਹੋਇਆ ਕਰੇ। ਕਵੀ ਜੀ ਦੇ ਮਨ ਦਾ ਫੁਰਨਾ ਤਾਂ ਨਹੀਂ ਸੀ, ਪਰ ਸੰਗਤਾਂ ਦੀ ਬੇਨਤੀ ਕਰਨ ਦੇ ਉੱਤੋਂ ਫਿਰ ਸਾਧ ਸੰਗਤ ਜੀ ਉਸ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਇਤਿਹਾਸ 5ਵੀਂ ਪੋਥੀ ਦੇ ਉੱਤੇ ਪ੍ਰਾਰੰਭ ਫਿਰ ਕਰ ਦਿੱਤਾ। ਜਿਹੜੀਆਂ ਪਹਿਲੀਆਂ 4 ਪੋਥੀਆਂ ਇਹਦਾ ਨਾਮ ਤਾਂ ਰੱਖਿਆ ਨਾਨਕ ਪ੍ਰਕਾਸ਼। ਫਿਰ ਜਿਹੜੀ 5ਵੀਂ ਪੋਥੀ ਗੁਰੂ ਅੰਗਦ ਦੇਵ ਮਹਾਰਾਜ ਦਾ ਇਤਿਹਾਸ ਪ੍ਰਾਰੰਭ ਕੀਤਾ, ਇਹਦਾ ਫਿਰ ਰੱਖਿਆ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਸੋ ਇਸ ਪ੍ਰਕਾਰ ਕਵੀ ਜੀ ਨੇ ਸਾਧ ਸੰਗਤ ਜੀ ਇਸ ਗ੍ਰੰਥ ਦੀ ਜਿਹੜੀ ਕਵਿਤਾ ਉਚਾਰਨ ਕੀਤੀ, ਲਿਖਤ ਲਿਖੀ ਹੈ, ਇਹ ਸੰਖੇਪ ਮਾਤਰ ਇਤਿਹਾਸ ਵਰਣਨ ਕੀਤਾ ਹੈ, ਕਿਉਂਕਿ ਸਮਾਂ ਇਤਨਾ ਨਹੀਂ। ਤੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਮੌਕੇ ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਦੂਸਰੀ ਪੋਥੀ ਤੋਂ ਪ੍ਰਾਰੰਭ ਹੁੰਦਾ ਹੈ। ਉਹ ਸਤਿਗੁਰੂ ਜੀ ਦਾ ਜਿਹੜਾ ਇਤਿਹਾਸ ਥੋੜ੍ਹਾ ਮਹਿੰਗਾ ਹੈ। ਸੰਗਤਾਂ ਜਿਹੜੀਆਂ ਤਾਂ ਰੋਜ਼ ਕਥਾ ਸੁਣਦੀਆਂ ਆ ਨੇਤਾ ਪ੍ਰਤੀ, ਉਹਨਾਂ ਦੇ ਤਾਂ ਉਹ ਇਤਿਹਾਸ ਸਮਝ ਆ ਜਾਂਦਾ ਹੈ, ਕਿਉਂਕਿ ਕਵੀ ਜੀ ਨੇ ਉਹਨਾਂ ਦੇ ਵਿੱਚ ਬੜੇ ਅਲੰਕਾਰ, ਦ੍ਰਿਸ਼ਟਾਂਤ, ਪ੍ਰਮਾਣ, ਬੜੀ ਮਹਿੰਗੀ ਉਹ ਜਿਹੜੀ ਕਥਾ ਲਿਖੀ ਹੈ। ਇਸ ਗ੍ਰੰਥ ਦੇ ਅਰਥ ਸਾਧ ਸੰਗਤ ਜੀ ਕੋ ਆਮ ਕਹਿ ਲਈਏ, ਆਮ ਗਿਆਨੀ ਕੋਈ ਜਾਂ ਕੋਈ ਆਮ ਮਨੁੱਖ ਨਹੀਂ ਕਰ ਸਕਦਾ। ਜਿਹਨੇ ਇਸ ਗ੍ਰੰਥ ਦੀ ਵਿਦਿਆ ਪੜ੍ਹੀ, ਦੇ ਅਰਥ ਸਿੱਖਿਆ, ਉਹੀ ਇਸ ਗ੍ਰੰਥ ਦੇ ਅਰਥ ਕਰ ਸਕਦਾ ਹੈ। ਕਿਸੇ ਸੰਪਰਦਾਇਕ ਦੇ ਕੋਲੋਂ ਸੰਪਰਦਾਈ ਅਰਥ ਸਿੱਖੇ, ਉਹ ਅਰਥ ਕਰ ਸਕਦਾ, ਕਿਉਂਕਿ ਇਹਦੇ ਵਿੱਚ ਸੰਪਰਦਾਈ ਸਾਰੇ ਅਰਥ ਹੈ। ਕੋਈ ਹੋਰ ਕਵੀਆਂ ਨੇ ਬੜੇ ਗ੍ਰੰਥ ਲਿਖੇ, ਉਹਨਾਂ ਦੇ ਵਿੱਚ ਹੋਰ ਬੜੇ ਅਰਥ ਹੁੰਦੇ ਆ, ਪਰ ਸੰਪਰਦਾਈ ਅਰਥ ਨਹੀਂ ਹੁੰਦੇ। ਤੋ ਇਹਦੇ ਵਿੱਚ ਸੰਪਰਦਾਈ ਲੈ ਵੀ ਜਿਹੜੀ ਸੰਪਰਦਾਈ ਹੈ, ਅੱਖਰ ਵੀ ਸੰਪਰਦਾਈ ਹੈ, ਤੇ ਅਰਥ ਵੀ ਸੰਪਰਦਾ ਦੇ ਹੀ ਲਿਖੇ ਹਨ, ਕਿਉਂਕਿ ਵਿਦਿਆ ਟਕਸਾਲ ਤੋਂ ਪੜ੍ਹੀ ਸੀ। ਇਸ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਜਿਹੜਾ ਚੌਥੀ ਪੋਥੀ ਤੋਂ ਸਮਾਪਤ ਹੋ ਜਾਂਦਾ ਹੈ, ਤੇ 5ਵੀਂ ਪੋਥੀ ਇਹ ਕਵੀ ਜੀ ਆਰੰਭ ਕਰਦੇ ਆ। 5ਵੀਂ ਪੋਥੀ ਕਵੀ ਜੀ ਆਰੰਭ ਕਰਦੇ ਆ, ਤੇ ਆਰੰਭਤਾ ਦੇ ਵਿੱਚ ਪਹਿਲਾਂ ਮੰਗਲਾਂ ਦੀ ਕਥਾ ਆ ਰਹੀ ਹੈ। ਮੰਗਲ ਨਾਮ ਖੁਸ਼ੀ ਦਾ ਹੁੰਦਾ, ਖੁਸ਼ੀ ਦਾ। ਹਰ ਇੱਕ ਕਵੀ ਆਪਣੀ ਲਿਖਤ ਲਿਖਣ ਲੱਗਿਆ। ਸਭ ਤੋਂ ਵੱਡਾ ਜਿਵੇਂ ਗਣੇਸ਼ ਸਾਧ ਸੰਗਤ ਜੀ ਲਿਖਦਾ ਆ, ਜਾਂ ਸਰਸਵਤੀ ਲਿਖਦੀ ਹੈ। ਜਿਵੇਂ ਦੇਵਤੇ ਬੜੇ ਵੱਡੇ, ਗਣੇਸ਼ ਦੀ ਚਾਲ ਬੜੀ ਤੇਜ਼ ਹੈ ਲਿਖਣ ਦੇ ਵਿੱਚ, ਜਾਂ ਸਰਸਵਤੀ ਦੀ ਬੋਲਣ ਦੇ ਵਿੱਚ ਬੜੀ ਤੇਜ਼ ਚਾਲ ਹੈ। ਤੇ ਇਸ ਪ੍ਰਕਾਰ ਉਹ ਵੀ ਪਹਿਲਾਂ ਪਰਮੇਸ਼ਰ ਦਾ ਮੰਗਲ ਕਰਦੇ ਆ, ਪਰਮੇਸ਼ਰ ਨੂੰ ਧਿਆਉਂਦੇ ਆ। ਉਹਨਾਂ ਦੀ ਗੱਲ ਤਾਂ ਛੱਡੀਏ, ਆਮ ਕੋਈ ਦੁਨੀਆ ਦਾ ਮਨੁੱਖ ਹੋਵੇ ਨਾ, ਧਰਮ ਦਾ ਇਹ ਵਿਚਾਰ ਹੈ, ਧਰਮ ਦਾ, ਕਿ ਜਿਹੜਾ ਵੀ ਕੰਮ ਆਰੰਭ ਕਰਨਾ ਹੈ, ਉਹ ਕੰਮ ਆਰੰਭ ਕਰਨ ਤੋਂ ਪਹਿਲਾਂ ਪਰਮੇਸ਼ਰ ਨੂੰ ਯਾਦ ਕਰਦੇ ਆ, ਵਾਹਿਗੁਰੂ ਨੂੰ ਯਾਦ ਕਰਦੇ ਆ, ਅਕਾਲ ਪੁਰਖ ਨੂੰ। ਕੋਈ ਜਿਤਨਾ ਮਰਜੀ ਬੰਦਾ ਸਾਧ ਸੰਗਤ ਜੀ ਗਿਰਿਆ ਹੋਵੇ, ਜੀਵਨ ਪੱਖੋਂ ਧਰਮ ਦਾ ਕੋਈ ਗਿਆਨ ਨਾ ਹੋਵੇ, ਆਮ ਮਨੁੱਖ ਹੋਵੇ, ਕੋਈ ਵਿਦਿਆ ਦੀ ਬੁੱਧੀ ਨਾ ਹੋਵੇ, ਵਿਚਾਰ ਵਾਲੀ ਬੁੱਧੀ ਨਾ ਹੋਵੇ, ਉਹ ਵੀ ਜਦੋਂ ਕਿਤੇ ਨੂੰ ਤੁਰਨ ਲੱਗਦਾ ਤਾਂ ਪਹਿਲਾਂ ਵਾਹਿਗੁਰੂ ਮੂੰਹ ਤੋਂ ਕਹਿੰਦਾ, ਜਾਂ ਆਪਣੇ ਜੋ ਵੀ ਇਸ਼ਟ ਹੈ ਉਹਦਾ ਨਾਮ ਲੈਂਦਾ, ਕਿ ਧਿਆਉਂਦਾ ਕਿ ਕੰਮ ਜਿਹੜਾ ਨਿਰਵਿਘਨਤਾ ਸਹਿਤ ਸੰਪੂਰਨ ਹੋ ਜਾਵੇ। ਤੇ ਇਸੇ ਪ੍ਰਕਾਰ ਜਿਹੜੇ ਕਵੀ ਹੈ, ਇਹ ਜਦੋਂ ਕਵਿਤਾ ਲਿਖਣ ਲੱਗਦੇ ਆ ਨਾ, ਤਾਂ ਪਹਿਲਾਂ ਮੰਗਲ ਕਰਦੇ ਆ ਖੁਸ਼ੀ ਦਾ। ਮੰਗਲ ਦੇ ਹੋਰ ਵੀ ਬੜੇ ਅਰਥ ਹਨ। ਮੰਗਲ ਕਰਦੇ ਆ ਕਿ ਜਿਹੜੀ ਅਸੀਂ ਕਵਿਤਾ ਲਿਖਣ ਲੱਗੇ ਹਾਂ,
ਇਹ ਅਕਾਲ ਪੁਰਖ ਵਾਹਿਗੁਰੂ ਜੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਵੇ ਇਸ ਦੀ, ਤੇ ਇਸ ਕਵਿਤਾ ਨੂੰ ਲਿਖਣ ਦੀ ਸਾਨੂੰ ਸੁੱਧ ਬੁੱਧ ਬਖਸ਼ੋ। ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਦੀ ਸਾਧ ਸੰਗਤ ਜੀ ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਬਾਬਨ ਮੰਗਲ ਕਰ ਰਹੇ ਹਨ। ਜਿਤਨਾ ਸਮਾਂ ਮਹਾਰਾਜ ਜੀ ਬਖਸ਼ਿਸ਼ ਕਰਦੇ, ਬੜੇ ਪ੍ਰੇਮ ਦੇ ਨਾਲ ਇਹਨਾਂ ਮੰਗਲਾਂ ਦੇ ਅਰਥ ਸੁਣੀਏ, ਕਿਉਂਕਿ ਇਸ ਕਥਾ ਦੇ ਅੰਦਰ ਸਾਰੀ ਜਿਤਨੀ ਇਹ 14 ਪੋਥੀਆਂ ਸਾਧ ਸੰਗਤ ਜੀ ਸਾਰੀਆਂ ਹਨ। ਇਸ ਕਥਾ ਦੀਆਂ 10 ਗੁਰੂਆਂ ਦਾ ਇਤਿਹਾਸ ਹੈ। ਇਹਨਾਂ ਦੇ ਵਿੱਚ ਇਹਦੇ ਵਿੱਚ ਅਰਥ ਵੀ ਹਨ ਤੇ ਕਥਾ ਵੀ ਰਸਮਈ ਹੈ। 9 ਰਸ ਮੰਨੇ ਗਏ ਹੈ ਤੇ 9ਵੇਂ ਰਸ ਸਾਧ ਸੰਗਤ ਜੀ ਕਵੀ ਜੀ ਨੇ ਆਪਣੀ ਕਵਿਤਾ ਦੇ ਵਿੱਚ ਪਾਏ ਹਨ। ਇਸ ਪ੍ਰਕਾਰ ਇਹਦੇ ਵਿੱਚ ਰਸ ਸਾਰੇ ਪ੍ਰਕਾਰ ਦੇ ਹਨ। ਕਿਸੇ ਪ੍ਰਕਾਰ ਦਾ ਵੀ ਮਨੁੱਖ ਆ ਜਾਵੇ ਕਥਾ ਸਰਵਣ ਕਰਨ ਵਾਸਤੇ, ਜਿਵੇਂ ਦਾ ਉਹ ਰਸ ਰੱਖਦਾ ਹੋਵੇ ਉਹਨੂੰ ਉਵੇਂ ਦਾ ਪ੍ਰਾਪਤ ਹੋਵੇਗਾ। ਜਿਹੜਾ ਇਸ ਗ੍ਰੰਥ ਦੀ ਕਥਾ ਸਾਧ ਸੰਗਤ ਦੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਾ ਹੈ ਨਾ, ਇਹ ਕਵੀ ਜੀ ਵੀ ਅੱਗੇ ਆਪਣੀਆਂ ਕਵਿਤਾ ਦੇ ਵਿੱਚ ਦੱਸਣਗੇ ਪ੍ਰਸੰਗਾਂ ਦੇ ਅੰਦਰ ਕਿ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ 10 ਗੁਰੂਆਂ ਦਾ ਇਤਿਹਾਸ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਇਸ ਗ੍ਰੰਥ ਦੀ ਕਥਾ ਹੁੰਦੀ ਹੋਵੇ, ਸ਼ਰਧਾ ਭਾਵਨਾ ਦੇ ਨਾਲ ਨਿਯਮ ਦੇ ਨਾਲ ਸਰਵਣ ਕਰਦਾ ਹੋਵੇ ਤਾਂ ਉਹਦੀ ਜਿਹੜੀ ਖੋਟੀ ਬੁੱਧ ਹੈ ਨਾਸ਼ ਹੋ ਜਾਂਦੀ ਹੈ ਤੇ ਜਿੰਨੀਆਂ ਮਨ ਦੀਆਂ ਇਛਾਵਾਂ ਹੋਵੇ ਉਹ ਗੁਰਮਤਿ ਅਨੁਸਾਰ ਸੰਪੂਰਨ ਹੋ ਜਾਂਦੀਆਂ ਹਨ। ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਇਸ ਗ੍ਰੰਥ ਨੂੰ ਪੜ੍ਹੇ ਤੇ ਸੁਣੇ, ਸੁਣਨ ਦਾ ਵੀ ਬੜਾ ਮਹਾਤਮ ਹੈ ਤੇ ਪੜ੍ਹਨ ਦਾ ਵੀ ਬੜਾ ਮਹਾਤਮ ਹੈ। ਇਹਦਾ ਪਾਠ ਪੜ੍ਹਨ ਦਾ ਹੀ ਸਾਧ ਸੰਗਤ ਜੀ ਬੜਾ ਮਹਾਤਮ ਹੈ। ਇਹਦਾ ਪਾਠ ਪੜ੍ਹਨ ਦੇ ਨਾਲ ਅਰਥਾਂ ਦਾ ਤੇ ਅੱਖਰਾਂ ਦਾ, ਲਗਾਂ ਮਾਤਰਾਂ ਦਾ ਬੋਧ ਹੋ ਜਾਂਦਾ, ਗਿਆਨ ਹੋ ਜਾਂਦਾ। ਇਸ ਪ੍ਰਕਾਰ ਹੁਣ ਭਾਈ ਸਾਹਿਬ ਜੀ ਲਿਖ ਰਹੇ ਹਨ, ਮੰਗਲ ਮਹਾਰਾਜ ਜੀ ਦਾ ਕਰ ਰਹੇ ਹਨ। ਕੁਝ ਕੁ ਸਮਾਂ ਗਰੀਬ ਨਿਵਾਜ ਜੀ ਦੀ ਕਿਰਪਾ ਦੇ ਸਦਕਾ ਅੱਜ ਪ੍ਰਾਰੰਭ ਹੀ ਕਰਨੀ ਹੈ ਕਥਾ। ਇਤਿਹਾਸ ਫਿਰ ਕੱਲ੍ਹ ਤੋਂ ਜਾਂ ਪਰਸੋਂ ਤੋਂ ਜਦੋਂ ਮੰਗਲ ਸਮਾਪਤੀ ਹੋ ਗਈ ਉਦੋਂ ਫਿਰ ਪ੍ਰਾਰੰਭ ਹੋਵੇਗਾ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਤਿਹਾਸ। ਸੋ ਬੜੇ ਪ੍ਰੇਮ ਦੇ ਨਾਲ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤ। ਇੱਕ ਨਾਮ ਸਾਧ ਸੰਗਤ ਜੀ, ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ। ਦਵੈਤ ਨਾਮ ਦੁਬਦਾ ਦਾ ਹੈ ਤੇ ਅ ਨਾਮ ਰਹਿਤ ਦਾ, ਇਸ ਕਰਕੇ ਅਦਵੈਤ ਕਹਿ ਲਈਦਾ। ਜੇ ਪਰਮੇਸ਼ਰ ਨੂੰ ਹੁਣ ਇੱਥੇ ਇੱਕ ਲਿਖਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਓੰਕਾਰ ਉਚਾਰਨ ਕੀਤਾ। ਜੇ ਇੱਕ ਦਾ ਅਰਥ ਇੱਕ ਕਰੀਏ ਤਾਂ ਸਾਧ ਸੰਗਤ ਜੀ ਇੱਕ ਦਾ ਵਿਰੋਧੀ ਸ਼ਬਦ ਹੁੰਦਾ ਦੋ, ਤੇ ਇੱਕ ਤੋਂ ਪਹਿਲਾਂ 0 ਵੀ ਆਉਂਦੀ ਹੈ। 0 1 2 3 ਇਦਾਂ ਕਈ ਇੱਕ ਦਾ ਅਰਥ ਇੱਕ ਹੀ ਕਹਿੰਦੇ ਆ ਕਿ ਪਰਮੇਸ਼ਰ ਇੱਕ ਹੈ। ਜੇ ਪਰਮੇਸ਼ਰ ਇੱਕ ਹੈ ਫਿਰ ਦੂਜਾ ਕੌਣ ਹੈ? ਇਸ ਕਰਕੇ ਸੰਪਰਦਾਈ ਅਰਥ ਹੈ ਕਿ ਇੱਕ ਦਾ ਅਰਥ ਹੈ ਅਦਵੈਤ ਸਰੂਪ ਪਰਮੇਸ਼ਰ। ਓੰਕਾਰ ਭਾਵ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਓੰਕਾਰ ਜੋ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਫਿਰ ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤ ਜੋ ਤਿੰਨਾਂ ਕਾਲਾਂ ਦੇ ਵਿੱਚ ਅਬਾਧ ਸਰੂਪ ਹੈ। ਤਿੰਨਾਂ ਕਾਲਾਂ ਦੇ ਵਿੱਚ ਸਤ ਹੈ, ਨਾਸ਼ ਹੋਣ ਵਾਲਾ ਨਹੀਂ। ਭੂਤ ਕਾਲ ਦੇ ਵਿੱਚ ਵੀ, ਵਰਤਮਾਨ ਕਾਲ ਦੇ ਵਿੱਚ ਵੀ ਤੇ ਭਵਿੱਖਤ ਕਾਲ ਦੇ ਵਿੱਚ ਵੀ ਸਤ ਹੈ, ਨਾਸ਼ ਹੋਣ ਵਾਲਾ ਨਹੀਂ ਹੈ। ਤਿੰਨਾਂ ਕਾਲਾਂ ਦੇ ਵਿੱਚ ਅਬਾਧ ਸਰੂਪ ਹੈ। ਗੁਰਨਾਮ ਵੱਡੇ ਦਾ ਵੀ ਹੈ, ਗੁਰਨਾਮ ਚੇਤਨ ਦਾ ਵੀ ਹੈ। ਫਿਰ ਗੁਰਨਾਮ ਜੋ ਗੋ ਅਗਿਆਨ ਦੇ ਹਨੇਰੇ ਨੂੰ ਕੱਟ ਕਰਕੇ ਰੂ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ। ਤੇ ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ, ਆਨੰਦ ਸਰੂਪ। ਜਾਂ ਇਹ ਜਿਤਨਾ ਤੁਹਾਨੂੰ ਪਿੱਛੇ ਦੱਸਿਆ ਹੈ ਪਰਮੇਸ਼ਰ ਦਾ ਸਰੂਪ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ,
ਇਹ ਜੋ ਸੱਚ ਸੱਚਾ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਇੱਕ ਅਦਵੈਤ ਸਰੂਪ, ਇਹ ਜਿਹੜਾ ਐਸਾ ਪਰਮੇਸ਼ਰ ਵਾਹਿਗੁਰੂ ਹੈ, ਇਹ ਗੁਰ ਕੀ ਜੋ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਇਹ ਕਵੀ ਜੀ ਨੇ ਮੰਗਲ ਕੀਤਾ ਹੈ ਗੁਰਬਾਣੀ ਦਾ। ਤੋ ਆਥ ਨਾਮ ਹੁਣ ਦਾ ਹੈ। ਕਵੀ ਜੀ ਦੱਸਦੇ ਨੇ ਕਿ ਹੁਣ ਅਸੀਂ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਇਹ ਜੋ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤਾਪ ਦਾ, ਤੇਜ ਪ੍ਰਤਾਪ ਦਾ, ਮਹਿਮਾ ਦਾ, ਵਡਿਆਈ ਦਾ, ਜਿਹੜਾ ਜਿਸ ਦਾ ਨਾਮ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ, ਇਹ ਅਸੀਂ ਆਰੰਭ ਕਰਦੇ ਹਾਂ। ਸੂਰਜ ਨਾਮ ਸਾਧ ਸੰਗਤ ਜੀ ਤਾਂ ਕਵੀ ਜੀ ਨੇ ਇਸ ਪ੍ਰਕਾਰ ਰੱਖਿਆ ਹੈ ਕਿ ਜਿਵੇਂ ਸੂਰਜ ਦੀਆਂ ਰਾਸਾਂ ਹੁੰਦੀਆਂ ਹਨ, ਐਨ ਹੁੰਦੇ ਹਨ, ਤੇ ਉਹ ਰੁੱਤਾਂ ਦੇ ਹਿਸਾਬ ਦੇ ਨਾਲ ਇਹ ਗ੍ਰੰਥ ਦੀ ਜਿਹੜੀ ਕਵਿਤਾ ਉਚਾਰਨ ਕੀਤੀ ਹੈ, ਇਹ ਆਪਾਂ ਅੱਗੇ ਹੌਲੀ ਹੌਲੀ ਸਰਵਣ ਕਰੀ ਜਾਵਾਂਗੇ। ਸਾਰਾ ਦ੍ਰਿਸ਼ਟਾਂਤ ਜਿਹੜਾ ਸਮਝ ਆ ਜਾਵੇਗਾ ਕਿ ਇਸ ਦਾ ਨਾਮ ਸੂਰਜ ਗ੍ਰੰਥ ਕਿਉਂ ਰੱਖਿਆ, ਗੁਰਪ੍ਰਤਾਪ ਸੂਰਜ ਗ੍ਰੰਥ। ਤੇ ਇੱਥੇ ਟੂਕ ਮਾਤਰੀ ਸਮਝ ਲਈਏ ਤੇ ਕਵੀ ਜੀ ਦੱਸਦੇ ਨੇ ਕਿ ਹੁਣ ਅਸੀਂ ਸ਼੍ਰੋਮਣੀ ਗੁਰਪ੍ਰਤਾਪ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਤਾਪ ਦਾ, ਤੇਜ ਪ੍ਰਤਾਪ ਦਾ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ, ਨਾਨਕ ਪ੍ਰਕਾਸ਼ ਪਿੱਛੇ ਲਿਖ ਦਿੱਤਾ ਹੈ। ਤੇ ਹੁਣ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜਿਹੜੀ ਪ੍ਰਥਮ ਰਾਸ ਲਿਖੀ ਤੇ ਪਹਿਲੀ ਰਾਸ ਅਸੀਂ ਕਹਿੰਦੇ ਲਿਖੇ ਤੇ ਕੀ ਭਾਵ ਲਿਖਦੇ ਹਾਂ। ਦੋਹਰਾ ਤੀਨੋ ਕਾਲ ਸੋ ਅਚਲ ਰਹੈ, ਅਲੰਬ ਸਕਲ ਜਗ ਜਾਲ। ਕਵੀ ਜੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਹਨ, ਦੋਹਰੇ ਛੰਦ ਦੇ ਅੰਦਰ ਉਚਾਰਨ ਕਰਦੇ ਹਨ। ਦੋਹਰੇ ਦਾ ਅਰਥ ਹੈ ਦੋ ਨਾਮ ਦਵੈਤ ਦਾ ਹੁੰਦਾ, ਹਰਾ ਨਾਮ ਨਾਸ਼ ਕਰਨੇ ਦਾ। ਜਿਹੜਾ ਛੰਦ ਦਵੈਤ ਨੂੰ ਹਰਾ ਕੀ ਨਾਸ਼ ਕਰਨ ਵਾਲਾ ਹੋਵੇ, ਜਾਂ ਦੋਹਰੇ ਦੇ ਅਰਥ ਹੋਰ ਵੀ ਬੜੇ ਹਨ। ਦੋ ਹਰਾ ਜਿਹੜਾ ਦੋਵਾਂ ਲੋਕ ਤੇ ਪ੍ਰਲੋਕ ਨੂੰ ਹਰਾ ਕਰਨ ਵਾਲਾ ਐਸਾ ਛੰਦ, ਇਸ ਦੇ ਅੰਦਰ ਕਵੀ ਜੀ ਕਹਿੰਦੇ ਅਸੀਂ ਉਚਾਰਨ ਕਰਦੇ ਹਾਂ। ਦੋਹਰੇ ਦੀ ਚਾਲ ਹੁੰਦੀ ਹੈ ਸਾਧ ਸੰਗਤ ਜੀ 9 11, ਇਹਨੇ ਕਵਿਤ ਦੀ ਚਾਲ ਹੁੰਦੀ ਹੈ ਗਿਣਤੀ ਦੇ ਅੰਦਰ। ਸੋ ਤੀਨੋਂ ਕਾਲ ਸੋ ਅਚਲ ਰਹਿ, ਜਿਹੜਾ ਅਕਾਲ ਪੁਰਖ ਪਰਮੇਸ਼ਰ ਤਿੰਨਾਂ ਕਾਲਾਂ ਦੇ ਵਿੱਚ ਅਚਲ ਕੀ ਚੱਲਣ ਤੋਂ ਰਹਿਤ ਹੈ, ਭਾਵ ਸਥਿਤ ਹੈ। ਅਚਲ ਨਾਮ ਸਥਿਤ ਦਾ ਹੈ, ਟਿਕਣ ਦਾ ਹੈ। ਕਿ ਜਿਵੇਂ ਸੁਮੇਰ ਪਰਬਤ ਅਚਲ ਹੈ, ਵੀ ਚੱਲ ਨਹੀਂ ਸਕਦਾ, ਚੱਲਣ ਤੋਂ ਰਹਿਤ ਹੈ। ਕਿਤਨਾ ਵੱਡਾ ਸੁਮੇਰ ਪਰਬਤ, ਤੇ ਇੱਕ ਤਾਂ ਇੱਕ ਅੰਗੀ ਦ੍ਰਿਸ਼ਟਾਂਤ ਹੈ। ਸੋ ਦੱਸਦੇ ਨੇ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਚੱਲਣ ਤੋਂ ਰਹਿਤ ਅਚਲ ਹੈ, ਅਟਲ ਹੈ, ਜੋ ਭੂਤ ਕਾਲ ਦੇ ਵਿੱਚ ਵੀ, ਵਰਤਮਾਨ ਕਾਲ ਦੇ ਵਿੱਚ ਵੀ ਤੇ ਭਵਿੱਖ ਕਾਲ ਦੇ ਵਿੱਚ ਵੀ। ਆਪਾਂ ਪ੍ਰਮਾਣ ਇੱਥੇ ਲੈ ਲਈਏ ਕਿ ਜਿਵੇਂ ਮੂਲ ਮੰਤਰ ਦੇ ਅੰਦਰ ਪੜ੍ਹਦੇ ਹਾਂ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਜਿਹੜਾ ਵਾਹਿਗੁਰੂ ਆਦਿ ਦੇ ਵਿੱਚ ਵੀ ਸੱਚ ਸੀ, ਮੁੱਢ ਦੇ ਵਿੱਚ ਵੀ, ਆਰੰਭ ਦੇ ਵਿੱਚ ਵੀ ਸੱਚ ਸੀ, ਤੇ ਜੁਗਾਦ ਸੱਚ ਜਿਹੜਾ ਜੁਗਾ ਜੁਗਾ ਤੱਕ ਜਿਹਨੇ ਸੱਤ ਰਹਿਣਾ ਹੈ ਸਦਾ ਹੀ। ਆਦਿ ਸੱਚ, ਜੁਗਾਦ ਸੱਚ ਤੇ ਹੈ ਭੀ ਸੱਚ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੁਣ ਵੀ ਸੱਚ ਹੈ ਭੀ ਸੱਚ। ਤੇ ਨਾਨਕ ਹੋਸੀ ਭੀ ਸੱਚ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹਨੇ ਅੱਗੇ ਵੀ ਸਦਾ ਹੀ ਸੱਚ ਰਹਿਣਾ ਹੈ। ਸੋ ਇਸ ਪ੍ਰਕਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਕਾਲਾਂ ਦੇ ਵਿੱਚ ਅਚਲ ਹੈ। ਤੇ ਅਲੰਬ ਸਕਲ ਜਗ ਕਾਲ ਜਾਲ, ਜਾਲ ਨਾਮ ਸਮੂਹ ਦਾ ਹੁੰਦਾ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦਾ ਆਸਰਾ ਹੈ, ਸਾਰੇ ਸੰਸਾਰ ਦੇ ਜਾਲ ਕੀ ਜਿਹੜੀਆਂ ਜਮਾ ਰੂਪੀ ਜਾਲ ਪਏ ਹਨ, ਦੁੱਖਾਂ ਰੂਪੀ ਜਾਲ ਪਏ ਹਨ, ਉਹਨਾਂ ਨੂੰ ਕੱਟ ਕੇ ਸਾਰੇ ਜਗਤ ਦਾ ਆਸਰਾ ਬਣਨ ਵਾਲਾ ਹੈ। ਜਾਲ ਕਾਲ ਲਖ ਮੁਚਤ ਜਿਸ, ਕਰਤਾ ਪੁਰਖ ਅਕਾਲ। ਕਹਿੰਦੇ ਕਰਤਾ ਪੁਰਖ ਅਕਾਲ, ਜੋ ਕਾਲ ਸਮੇਂ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ। ਕਿਉਂਕਿ ਮਨੁੱਖਾ ਜੀਵ ਜਿਹੜਾ ਇਹ ਕਾਲ ਦੇ ਵਿੱਚ ਹੈ, ਇਹ ਕਾਲ ਦੇ ਅਧੀਨ ਹੈ, ਪਰ ਅਕਾਲ ਪੁਰਖ ਵਾਹਿਗੁਰੂ ਕਾਲ ਤੋਂ ਰਹਿਤ ਹੈ। ਸਾਰੀ ਸ੍ਰਿਸ਼ਟੀ ਕਾਲ ਦੇ ਅੰਦਰ ਹੈ, ਸਾਰੀ ਸ੍ਰਿਸ਼ਟੀ ਦਾ ਨਾਸ਼ ਹੋਣਾ ਹੈ। ਸਾਰੇ ਮਨੁੱਖ ਕਾਲ ਦੇ ਅੰਦਰ ਹਨ,
ਸਾਰਿਆਂ ਨੂੰ ਕਾਲ ਨੇ ਨਾਸ਼ ਕਰਨਾ ਹੈ, ਪਰ ਉਹ ਵਾਹਿਗੁਰੂ ਅਕਾਲ ਹੈ, ਕਾਲ ਤੋਂ ਰਹਿਤ ਹੈ, ਪੁਰਖ ਪੂਰਨ ਕਰਤਾ, ਸਾਰਿਆਂ ਨੂੰ ਕਰਨ ਵਾਲਾ, ਸਾਰਿਆਂ ਜੀਵਾਂ ਨੂੰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਤੇਜਾ ਕਰਤਾ, ਜਿਹਦੇ ਹੱਥ ਦੇ ਵਿੱਚ ਜੀਵਾਂ ਦੀ ਕਰਮਾਂ ਰੂਪੀ ਕੀ ਤਾਰ ਹੈ, ਐਸਾ ਕਰਤਾ ਪੁਰਖ ਅਕਾਲ। ਜਾਲ ਕਾਲ ਲਖ ਮੁਚਤ ਜਿਸ, ਜਿਹੜਾ ਉਸ ਦੀ ਸ਼ਰਨ ਦੇ ਵਿੱਚ ਪੈਂਦਾ ਹੈ ਨਾ ਜਾ ਕਰਕੇ, ਜਿਹੜਾ ਜੀਵ, ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਪੈਂਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਉਸ ਦੇ ਜਾਲ ਕੀ ਸਮੂਹ ਕਾਲ, ਸਾਰੇ ਜਿਤਨਾ ਕਾਲ ਨਾਸ਼ ਕਰਨ ਵਾਲਾ ਹੈ, ਲੱਖ ਨੂੰ ਜਾਣ ਕਰਕੇ ਮੁਚਤ ਕੀ ਨਾਸ਼ ਕਰ ਦਿੰਦਾ, ਉਸ ਜੀਵ ਨੂੰ ਛਡਾ ਦਿੰਦਾ ਹੈ ਕਿ ਸਾਰੇ ਜਿਤਨੇ ਬੰਧਨ ਹਨ ਕਾਲ ਦੇ ਪੈਣ ਵਾਲੇ, ਉਸ ਤੋਂ ਅਕਾਲ ਪੁਰਖ ਵਾਹਿਗੁਰੂ ਛਡਾ ਦਿੰਦਾ ਹੈ। ਐਸਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ। ਦੋਹਰਾ ਛੋਨੀ ਸੂਰਜ ਅਗਨ ਜਮ, ਵਾਯੂ ਤਰਾਸ ਜਿਸ ਪਾਏ। ਕਵੀ ਜੀ ਦੱਸਦੇ ਹਨ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ, ਜਿਹਦਾ ਭੈ, ਜਿਹਦਾ ਡਰ, ਛੋਨੀ ਕੀ ਧਰਤੀ, ਫਿਰ ਜੋ ਆਸਮਾਨ ਦੇ ਵਿੱਚ ਸੂਰਜ ਚਮਕ ਰਿਹਾ, ਜਿਹੜਾ ਸਾਨੂੰ ਤਪਸ਼ ਦਿੰਦਾ, ਧੁੱਪ ਦਿੰਦਾ ਹੈ, ਰੋਸ਼ਨੀ ਦਿੰਦਾ, ਫਿਰ ਜਿਹੜੀ ਅਗਨੀ ਹੈ ਇਹ, ਤੇ ਜਿਹੜੇ ਜਮ ਹਨ ਧਰਮਰਾਜ ਦੇ, ਤੇ ਵਾਯੂ ਹਵਾ ਹੈ, ਇਹ ਸਾਰੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਤਰਾਸ ਕੀ ਡਰ ਪਾਉਂਦੇ ਹਨ, ਪਾਏ ਕੀ ਪਾਉਂਦੇ ਹਨ। ਜਿਤਨੀ ਧਰਤੀ ਹੈ, ਸੂਰਜ ਹੈ, ਅਗਨ, ਜਾਮ, ਹਵਾ, ਉਸ ਪਰਮੇਸ਼ਰ ਦੇ ਭੈ ਵਿੱਚ ਚੱਲਦੇ ਹਨ ਸਾਰੇ। ਅਸੀਂ ਆਸਾ ਦੀ ਵਾਰ ਦੇ ਅੰਦਰ ਪੜ੍ਹਦੇ ਹਨ, ਭੈ ਵਿੱਚ ਚੱਲੈ ਲਖ ਦਰਿਆਉ, ਤੇ ਭੈ ਵਿੱਚ ਪਵਨ, ਇਸੇ ਪ੍ਰਕਾਰ ਭੈ ਵਿੱਚ ਧਰਤੀ। ਇਹ ਸਾਰੇ ਸਾਧ ਸੰਗਤ ਜੀ, ਚੰਦ, ਸੂਰਜ, ਸਾਰਾ ਆਪਾਂ ਆਸਾ ਦੀ ਵਾਰ ਦੇ ਅੰਦਰ ਪੜ੍ਹਦੇ ਹਾਂ ਕਿ ਸਾਰੇ ਮਹਾਰਾਜ ਜੀ ਦੇ ਭੈ ਅੰਦਰ ਚੱਲਦੇ ਹਨ। ਜਾਂ ਫਿਰ ਸਹਿਜਕ੍ਰੀਤੀ ਦੇ ਅੰਦਰ ਪੜ੍ਹਦੇ ਹਾਂ, ਜੇਨ ਕਲਾ ਧਾਰਿਓ ਆਕਾਸੰ ਬੈਸੰਤਰ ਕਾਸ਼ਟ ਬੇਸਟੰ, ਕਿ ਜਿਸ ਪਰਮੇਸ਼ਰ ਨੇ ਸਾਰੀ ਇਹ ਆਪਣੇ ਡਰ ਦੇ ਵਿੱਚ ਰੱਖੇ ਹੋਏ ਹਨ। ਜਿਤਨਾ ਸਮੁੰਦਰ ਹੈ, ਧਰਤੀ ਹੈ, ਨਹੀਂ ਜੇ ਇੱਕ ਅੰਦਾਜ਼ਾ ਲਾਈਏ, ਆਮ ਹੀ ਆਪਾਂ ਗੱਲ ਕਰ ਲਈਏ, ਕਿਸੇ ਬੰਦੇ ਨੇ ਕਿਸੇ ਨੂੰ ਪੁੱਛਿਆ ਕਿ ਧਰਤੀ ਕਿਸ ਦੇ ਆਸਰੇ ਖੜੀ ਹੈ, ਤਾਂ ਕਿਸੇ ਨੇ ਦੱਸਿਆ ਕਿ ਸ਼ੇਸ਼ਨਾਗ ਦੇ ਆਸਰੇ ਖੜੀ ਹੈ, ਸ਼ੇਸ਼ਨਾਗ ਨੇ ਆਪਣੇ ਸਿਰ ਦੇ ਉੱਤੇ ਚੁੱਕੀ ਹੈ। ਕਿਸੇ ਨੇ ਦੱਸਿਆ ਕਿ ਧੌਲ ਬਲਦ ਨੇ ਆਪਣੇ ਸਿੰਘ ਦੇ ਉੱਤੇ ਚੁੱਕੀ ਹੋਈ ਹੈ। ਕਿਸੇ ਨੇ ਪੁੱਛ ਦੱਸਿਆ ਕਿ ਕਿਸੇ ਦੇਵੀ ਨੇ ਧਰਤੀ ਚੁੱਕੀ ਹੋਈ ਹੈ, ਤਾਂ ਸਾਰੀ ਧਰਤੀ ਖੜੀ ਹੈ। ਭੁਚਾਲ ਤਾਂ ਆਉਂਦਾ ਹੈ ਕਿ ਜਿਹੜਾ ਬਲਦ ਇੱਕ ਸਿੰਘ ਤੋਂ ਆਪਣੇ ਦੂਸਰੇ ਸਿੰਘ ਤੇ ਧਰਤੀ ਰੱਖਦਾ, ਤਾਂ ਧਰਤੀ ਹਿੱਲਦੀ ਹੈ। ਤੇ ਉਹ ਸਵਾਲ ਕੀਤਾ ਕਿ ਜਿਸ ਬਲਦ ਨੇ ਧਰਤੀ ਚੁੱਕੀ ਹੋਈ, ਜਿਸ ਸ਼ੇਸ਼ਨਾਗ ਨੇ ਧਰਤੀ ਚੁੱਕੀ, ਉਹ ਕਾਹਦੇ ਉੱਤੇ ਖੜੇ ਆ? ਤੇ ਉਹਦੇ ਥੱਲੇ ਵੀ ਕੁਝ ਹੋਣਾ ਹੀ ਹੈ, ਉਹ ਵੀ ਧਰਤੀ ਦੇ ਉੱਤੇ ਖੜੇ ਹੋਣੇ। ਤੋ ਕਹਿਣ ਤੋਂ ਭਾਵ ਇੱਕ ਧਰਤੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸਤਗੀਰ ਪੀਰ ਦੇ ਤਾਈਂ ਆਖਿਆ ਸੀ ਨਾ, ਜਾ ਕੇ ਉੱਥੇ ਮਹਾਰਾਜ ਜੀ ਪੰਕਤੀ ਪੜ੍ਹ ਰਹੇ ਸੀ, ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਤੋ ਮੁਸਲਮਾਨ ਧਰਮ ਦੇ ਅੰਦਰ 14 7 ਪਾਤਾਲ ਤੇ 7 ਆਕਾਸ਼ ਮੰਨੇ ਜਾਂਦੇ ਆ। ਤੇ ਉਹਨੇ ਸ਼ੰਕਾ ਕੀਤਾ ਸੀ, ਮਹਾਰਾਜ ਜੀ ਨੇ ਸਾਰੇ ਉਹਨੂੰ ਇਹ ਆਕਾਸ਼ ਤੇ ਪਤਾਲ ਵਿਖਾਏ ਸੀ ਉਸਦੇ ਸੁਪੁੱਤਰ ਨੂੰ। ਸਾਧ ਸੰਗਤ ਜੀ, ਇਹ ਧਰਤੀ ਪਰਮੇਸ਼ਰ ਦੇ ਆਸਰੇ ਖੜੀ ਹੈ। ਜਿਸ ਪਰਮੇਸ਼ਰ ਦੇ ਆਸਰੇ, ਜਿਸ ਪਰਮੇਸ਼ਰ ਦੇ ਡਰ ਦੇ ਅੰਦਰ ਨਹੀਂ, ਹਵਾ ਸਾਧ ਸੰਗਤ ਜੀ ਕਿਤਨਾ ਵੱਡਾ ਤੂਫਾਨ ਆਉਂਦਾ ਹੈ, ਜਿਤਨਾ ਜੇ ਤੂਫਾਨ ਇਵੇਂ ਰੋਜ਼ ਹੀ ਆਉਂਦਾ ਰਹੇ ਤਾਂ ਸੰਸਾਰ ਕਿੱਥੋਂ ਵਸੇ? ਤੇ ਉਹਦੇ ਡਰ ਦੇ ਵਿੱਚ ਹੀ ਹੈ ਨਾ ਵਾਹਿਗੁਰੂ ਦੇ। ਇਸੇ ਪ੍ਰਕਾਰ ਅਗਨੀ, ਜਿਵੇਂ ਦੌ ਅਗਨੀ ਜੰਗਲ ਨੂੰ ਲੱਗਦੀ ਹੈ, ਤੇ ਜੇ ਉਹ ਅਗਨੀ ਬੁਝੇ ਹੀ ਨਾ, ਸਾਰੇ ਸੰਸਾਰ ਨੂੰ ਲੱਗੀ ਰਵੇ, ਤਾਂ ਸਾਰਾ ਸੰਸਾਰ ਨਾਸ਼ ਹੋ ਜਾਵੇਗਾ। ਪਰਮੇਸ਼ਰ ਦੀ ਸ੍ਰਿਸ਼ਟੀ ਪੈਦਾ ਕੀਤੀ, ਨਾਸ਼ ਹੋਵੇਗੀ। ਤੋ ਅੱਗ ਵੀ ਮਹਾਰਾਜ ਅਕਾਲ ਪੁਰਖ ਦੇ ਵਾਹਿਗੁਰੂ ਦੇ ਡਰ ਦੇ ਅੰਦਰ ਹੈ। ਤੇ ਸੂਰਜ ਉਤਨੀ ਰੋਸ਼ਨੀ, ਉਤਨੀ ਤਪਸ਼ ਧਰਤੀ ਦੇ ਉੱਤੇ ਪਹੁੰਚਾਉਂਦਾ ਹੈ, ਜਿਤਨੀ ਜੀਵ ਸਹਿ ਸਕਣ, ਜਿਤਨੀ ਸੰਸਾਰ ਸਹਿ ਸਕੇ।
ਨਹੀਂ ਜਿਤਨਾ ਸਾਧ ਸੰਗਤ ਜੀ ਸੂਰਜ ਦਾ ਤੇਜ ਹੈ, ਜਿਤਨੀ ਦੀ ਅਗਨੀ, ਜਿਤਨੀ ਦੀ ਤਪਸ਼ ਤੇਜ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਲੂ ਕੇ ਨਾਸ਼ ਕਰ ਦੇਵੇ, ਪਰ ਉਹਦੇ ਡਰ ਦੇ ਵਿੱਚ ਜਿਤਨੀ ਮਨੁੱਖਾਂ ਨੂੰ ਚਾਹੀਦੀ ਉਤਨੀ ਦਿੰਦਾ। ਗਰਮੀਆਂ ਦੇ ਵਿੱਚ ਕਿਤਨਾ ਤਾਪਮਾਨ ਵੱਧ ਜਾਂਦਾ, ਲੋਕੀ ਅੰਦਰ ਵੜ ਕਰਕੇ ਸੁੱਖ ਦਾ ਸਾਹ ਲੈਂਦੇ ਐ, ਪਰ ਫਿਰ ਵੀ ਸਾਧ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਦੇ ਵਿੱਚ ਰਹਿੰਦਾ ਹੈ। ਇਸੇ ਪ੍ਰਕਾਰ ਧਰਤੀ, ਇਸੇ ਪ੍ਰਕਾਰ ਜਿਹੜੇ ਜਮ ਹਨ ਉਹ ਪਰਮੇਸ਼ਰ ਦਾ, ਜਿਹੜੇ ਸਾਰੇ ਪੰਜੇ ਪਰਮੇਸ਼ਰ ਦਾ ਡਰ ਪਾ ਕਰਕੇ ਰਹਿੰਦੇ ਹਨ। ਨਿਜ ਸੁਭਾਵ ਮਹਿ ਥਿਤ ਰਹਿਤ, ਅਸ ਬ੍ਰਹਮ ਰਿਦ ਵਿਦਤਾਏ। ਕਵੀ ਜੀ ਦੱਸਦੇ ਹਨ ਕਿ ਜਿਹੜੇ ਸਾਰੇ ਤੱਤ ਹਨ ਆਪਣੇ ਸੁਭਾਅ ਦੇ ਵਿੱਚ ਥਿਤ ਕੀ ਟੇਕ ਕਰਕੇ ਰਹਿੰਦੇ, ਮਹਿ ਨਾਮ ਵਿੱਚ ਦਾ ਹੈ, ਰਹਿਤ ਰਹਿੰਦੇ ਹਨ। ਐਸਾ ਜਿਹੜਾ ਬ੍ਰਹਮ ਅਕਾਲ ਪੁਰਖ ਰਵਿਆ ਹੋਇਆ ਵਾਹਿਗੁਰੂ ਹੈ ਉਹ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਵੇ। ਦੋਹਰਾ ਮਰਮ ਨਾ ਜਾਣਿਓ ਜਾਏ, ਜਿਸ ਭਰਮ ਮਿਟੇ ਮਿਲ ਜਾਏ। ਕਹਿੰਦੇ ਜਿਸ ਪਰਮੇਸ਼ਰ ਦਾ ਭੇਦ ਨਹੀਂ ਕਿਸੇ ਪ੍ਰਕਾਰ ਜਾਣਿਆ ਜਾਂਦਾ, ਮਰਮ ਨਾਮ ਭੇਦ ਦਾ ਹੈ। ਮਰਮ ਨਾ ਜਾਣਿਓ ਜਾਏ, ਜਿਸ ਪਰਮੇਸ਼ਰ ਦਾ ਮਰਮ ਭੇਦ ਨਹੀਂ ਜਾਣਿਆ ਜਾਂਦਾ। ਬੜੇ ਬੜੇ ਜੋਗੀ ਤਪਸਵੀ, ਬੜੇ ਦੇਵਤੇ, ਬੜੇ ਸਾਧ ਸੰਗਤ ਜੀ ਯਤਨ ਉਹਨਾਂ ਨੇ ਕੀਤੇ ਕਿ ਪਰਮੇਸ਼ਰ ਦਾ ਭੇਦ ਪਾ ਲਈਏ, ਪਰ ਅੱਜ ਤੱਕ ਕਿਸੇ ਨੇ ਪਰਮੇਸ਼ਰ ਦਾ ਭੇਦ ਨਹੀਂ ਪਾਇਆ। ਭੇਦ ਤਾਂ ਸਾਧ ਸੰਗਤ ਜੀ ਸਮੁੰਦਰ ਦਾ ਨਹੀਂ ਪੈਂਦਾ, ਭੇਦ ਤਾਂ ਇਸ ਧਰਤੀ ਦਾ ਨਹੀਂ ਪੈਂਦਾ, ਭੇਦ ਤਾਂ ਮਹਾਰਾਜ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਨਹੀਂ ਪੈਂਦਾ। ਤੇ ਉਸ ਪਰਮੇਸ਼ਰ ਜਿਹਨੇ ਇਸ ਸਾਰੀ ਸ੍ਰਿਸ਼ਟੀ ਨੂੰ, ਇਹ ਸਾਰਾ ਕੁਝ ਬਣਾਇਆ, ਉਹਦਾ ਭੇਦ ਤੁਸੀਂ ਕਿੱਥੋਂ ਪਾ ਲਵੋਗੇ? ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਅੰਤ ਵਾਲੀਆਂ ਪੌੜੀਆਂ ਉਚਾਰਨ ਕੀਤੀਆਂ। ਮਹਾਰਾਜ ਨੇ ਦੱਸਿਆ ਕਿ ਅੰਤ ਨਹੀਂ ਭਾਈ ਕਿਸੇ ਪ੍ਰਕਾਰ ਵੀ ਪਾਇਆ ਜਾਂਦਾ। ਬੜੇ ਗਾ ਗਾ ਕੇ ਉਹਨੂੰ ਸਿੱਧ ਮੁਨੀ ਜਤੀ ਥੱਕ ਗਏ, ਪਰ ਕਿਸੇ ਨੇ ਉਹਦਾ ਭੇਦ ਨਾ ਪਾਇਆ। ਕਈਆਂ ਨੇ ਸਾਧ ਸੰਗਤ ਜੀ, ਜੋਗੀਆਂ ਨੇ ਹਜ਼ਾਰਾਂ ਲੱਖਾਂ ਲੱਖਾਂ ਸਾਲ ਸਮਾਧੀਆਂ ਲਾਈਆਂ, ਦਸਮ ਦੇ ਵਿੱਚ ਸਵਾਸ ਚੜਾ ਕਰਕੇ, ਪਰ ਕਿਸੇ ਨੇ ਭੇਦ ਨਾ ਪਾਇਆ। ਕਿਹੜਾ ਭੇਦ ਪਾਵੇ ਉਸ ਨੂੰ ਬਣਾਉਣ ਵਾਲਾ, ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਾਰੀ ਨੂੰ ਦੀ ਸ੍ਰਿਸ਼ਟੀ ਦਾ ਭੇਦ ਨਹੀਂ ਪਾਇਆ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ ਤੇ ਇਤਿਹਾਸ ਪੜ੍ਹੀਏ ਕਿੱਥੇ ਕਿੱਥੇ ਤੱਕ ਮਹਾਰਾਜ ਜੀ ਨੇ ਜਾ ਕੇ ਜੀਵਨ ਨੂੰ ਤਾਰਨਾ ਕੀਤਾ। ਸਮੁੰਦਰਾਂ ਦੇ ਵਿੱਚ ਕਿਤੇ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਧਰਤੀ ਹੈ, ਕਿਤੇ ਕਿਸੇ ਪ੍ਰਕਾਰ ਦੀ, ਇੱਕ ਜਗ੍ਹਾ ਇੱਕੋ ਵਰਗੀ ਸ੍ਰਿਸ਼ਟੀ ਵੀ ਨਹੀਂ ਬਣਾਈ, ਸ੍ਰਿਸ਼ਟੀ ਵੀ ਵੱਖਰੀ ਵੱਖਰੀ ਬਣਾਈ ਹੈ। ਫਿਰ ਜਿਹੜਾ ਸਾਧ ਸੰਗਤ ਜੀ ਇਤਨੀ ਧਰਤੀ ਘੁੰਮਦਾ ਆ, ਅਸਮਾਨਾਂ ਦੇ ਵਿੱਚ ਘੁੰਮਦਾ ਆ, ਪਰ ਮੁੱਕਦੇ ਨਹੀਂ, ਉਹ ਫਿਰ ਜਾਣ ਕਰਕੇ ਕਹਿ ਕਹਿੰਦਾ ਹੇ ਪਰਮੇਸ਼ਰ ਤੇਰੀ ਕੁਦਰਤ ਦਾ ਅੰਤ ਨਹੀਂ। ਇਸ ਪ੍ਰਕਾਰ ਕਵੀ ਜੀ ਦੱਸਦੇ ਨੇ, ਮਰਮ ਨਾ ਜਾਣਿਓ ਜਾਏ, ਜਿਸ ਭਰਮ ਮਿਟੇ ਮਿਲ ਜਾਏ। ਉਸ ਪਰਮੇਸ਼ਰ ਦਾ ਮਰਮ ਭੇਦ ਨਹੀਂ ਭਾਈ ਕਿਸੇ ਤੋਂ ਜਾਣਿਆ ਜਾਂਦਾ, ਪਰ ਜਿਹੜਾ ਉਸ ਦੇ ਨਾਲ ਮਿਟ ਜਾਂਦਾ ਉਹਦੇ ਭਰਮ ਨਾਸ਼ ਹੋ ਜਾਂਦੇ ਆ। ਭਰਮ ਮਿਟੇ ਮਿਲ ਜਾਏ, ਜਿਹੜਾ ਸਮਝਾ ਕੇ ਮਿਲਦਾ ਨਾ ਅਕਾਲ ਪੁਰਖ ਵਾਹਿਗੁਰੂ ਨੂੰ, ਉਹਦੇ ਭਰਮ ਮਿਟ ਜਾਂਦੇ ਆ ਸਾਰੇ। ਅੱਜ ਅਕਾਲ ਪੁਰਖ ਸਾਡੇ ਅੰਦਰ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆ ਕੇ ਮਿਲਦੇ ਆ, ਉਹਨਾਂ ਦੇ ਭਰਮ ਮਿਟ ਜਾਂਦੇ ਆ। ਮਿਲਣਾ ਇਹ ਨਹੀਂ ਕਿ ਆ ਕੇ ਮੱਥਾ ਟੇਕਿਆ ਤੇ ਮਿਲ ਲਏ। ਮਹਾਰਾਜ ਜੀ ਨੇ ਸਾਰੀ ਸਾਧ ਸੰਗਤ ਜੀ ਫਿਲਾਸਫੀ ਦੱਸੀ ਹੈ ਕਿ ਮਿਲਣਾ ਕਿਸ ਪ੍ਰਕਾਰ ਹੈ। ਮਿਲਣਾ ਬਾਣੀ ਪੜ੍ਹ ਕੇ ਹੈ, ਮਿਲਣਾ ਸੇਵਾ ਕਰਕੇ ਹੈ ਪਰਮੇਸ਼ਰ ਨੂੰ। ਜਿਵੇਂ ਬਾਣੀ ਦੇ ਅੰਦਰ ਸਾਧ ਸੰਗਤ ਜੀ ਦੱਸਿਆ ਆ, ਗਿਆਨ ਭਇਆ ਤਹਿ ਕਰਮ ਹੈ ਨਾਸ, ਕਿ ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਉਦੋਂ ਸਾਧ ਸੰਗਤ ਜੀ ਕਰਮ ਭਰਮ ਸਾਰੇ ਮਿਟਦੇ ਆ, ਉਦੋਂ ਨਾਸ਼ ਹੋ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਜਿਸ ਵਾਹਿਗੁਰੂ ਨੂੰ ਮਿਲਣ ਦੇ ਨਾਲ ਭਰਮ ਮਿਟ ਜਾਂਦੇ ਆ, ਜਿਹਦਾ ਭੇਦ ਨਹੀਂ ਪਾਇਆ ਜਾਂਦਾ। ਕਰਮ ਧਰਮ ਅਰ ਭਗਤ ਫਲ, ਅਸ ਅਭੇਦ ਕੋ ਪਾਏ। ਕਹਿੰਦੇ ਜਿਸ ਅਭੇਦ, ਜਿਹੜਾ ਜਾਣਨ ਤੋਂ ਰਹਿਤ, ਭੇਦ ਤੋਂ ਰਹਿਤ ਪਰਮੇਸ਼ਰ ਹੈ ਨਾ, ਉਹਨੂੰ ਕਵੀ ਜੀ ਕਹਿੰਦੇ ਪਾਇਆ ਕਿੱਦਾਂ ਜਾਂਦਾ? ਕਰਮ ਧਰਮ ਅਰ ਭਗਤ ਫਲ। ਚੰਗੇ ਕਰਮ ਕਰਕੇ, ਧਰਮ ਨੂੰ ਧਾਰਨ ਕਰਕੇ, ਧਰਮ ਦੇ ਗੁਣ ਧਾਰਨ ਕਰਕੇ, ਅਰ ਅਤੇ ਭਗਤ ਕੀ ਭਗਤੀ ਕਰਕੇ, ਜਦੋਂ ਇਹਨਾਂ ਤਿੰਨਾਂ ਦਾ ਫਲ ਮਿਲਦਾ ਹੈ ਫਿਰ ਆਸ ਅਭੇਦ ਕੋ ਪਾਈ। ਫਿਰ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਸਾਧ ਸੰਗਤ ਜੀ ਪਾ ਲਿਆ ਜਾਂਦਾ।
ਦੋਹਰਾ ਭਾਨ ਹੋਤ ਜਗ ਜਾਸ ਤੇ ਰਜੂ ਭੁਜੰਗ ਸਮਾਨ। ਸਾਧ ਸੰਗਤ ਜੀ ਕਵੀ ਜੀ ਦੱਸਦੇ ਆ, ਭਾਨ ਹੋਤ ਜਗ ਜਾਸ ਤੇ ਰਜੂ ਭੁਜੰਗ ਸਮਾਨ, ਕਿ ਜਿਸ ਅਕਾਲ ਪੁਰਖ ਵਾਹਿਗੁਰੂ ਜਿਵੇਂ ਸਾਧ ਸੰਗਤ ਜੀ ਰੱਸੀ ਦੇ ਭੁਲੇਖੇ ਸਭ ਪ੍ਰਤੀਤ ਹੁੰਦਾ ਹੈ, ਤੇ ਭਾਨ ਜਿਸ ਪਰਮੇਸ਼ਰ ਤੋਂ ਸਾਰਾ ਜਗਤ ਤੇ ਪ੍ਰਗਟ ਹੋਇਆ ਪ੍ਰਕਾਸ਼ ਹੋਇਆ ਹੈ, ਤੇ ਫਿਰ ਵੀ ਇਹ ਸੰਸਾਰ ਸੱਚਾ ਨਹੀਂ ਤੇ ਆਮ ਮਨੁੱਖ ਸੱਚਾ ਮੰਨਦਾ ਹੈ। ਪਰ ਇਹ ਸਾਧ ਸੰਗਤ ਜੀ ਰੱਸੀ ਦੇ ਜਿਵੇਂ ਇਸ ਵੇਲੇ ਦਾ ਸਮਾਂ ਹੈ ਕਿ ਨਾ ਤਾਂ ਹਨੇਰਾ ਹੈ ਤੇ ਨਾ ਦਿਨ ਹੈ, ਤੇ ਜੇ ਕਿਤੇ ਰੱਸੀ ਪਈ ਹੋਵੇ ਜਿੱਥੇ ਰੋਸ਼ਨੀ ਨਾ ਹੋਵੇ, ਚਾਨਣ ਨਾ ਹੋਵੇ, ਤਾਂ ਅਸੀਂ ਜਾ ਕੇ ਵੇਖਦੇ ਹਾਂ ਤੇ ਰੱਸੀ ਸੱਪ ਦੇ ਸਮਾਨ ਪ੍ਰਤੀਤ ਹੁੰਦੀ ਹੈ, ਲੱਗਦਾ ਕਿ ਰੱਸੀ ਪਈ ਹੈ। ਪਰ ਜਦੋਂ ਚਾਨਣ ਹੁੰਦਾ ਤਾਂ ਵੇਖੀਦਾ ਕਿ ਇਹ ਤਾਂ ਰੱਸੀ ਹੈ, ਫਿਰ ਉਹ ਸਾਰਾ ਭਰਮ ਨਾਸ਼ ਹੋ ਜਾਂਦਾ। ਜਗਤ ਵੀ ਇਵੇਂ ਹੀ ਹੈ ਸਾਧ ਸੰਗਤ ਜੀ, ਵੇਖਣ ਨੂੰ ਇਹ ਲੱਗਦਾ ਕਿ ਸੱਪ ਦੇ ਸਮਾਨ ਹੈ, ਪਰ ਹੈ ਸਾਧ ਸੰਗਤ ਜੀ ਰੱਸੀ ਦੇ ਸਮਾਨ ਹੈ। ਮਿਥਿਆ ਆ, ਨਾ ਤਾਂ ਸੱਤ ਹੈ ਤੇ ਨਾ ਇਹ ਝੂਠ ਹੈ, ਨਾ ਇਹਨੂੰ ਸੱਚਾ ਕਹਿ ਸਕਦੇ ਨਾ ਝੂਠ ਕਹਿ ਸਕਦੇ। ਇਸ ਕਰਕੇ ਵਿਦਵਾਨਾਂ ਨੇ ਮਿਥਿਆ ਇਹਨੂੰ ਆਖਿਆ ਹੈ, ਜਿਹੜਾ ਨਾ ਸੱਚਾ ਨਾ ਝੂਠ ਹੈ। ਸੋ ਪਰਮੇਸ਼ਰ ਤੋਂ ਪੈਦਾ ਹੋਇਆ ਇਸ ਕਰਕੇ ਝੂਠ ਨਹੀਂ ਕਹਿ ਸਕਦੇ, ਸਦਾ ਰਹਿਣ ਵਾਲਾ ਨਹੀਂ ਹੈ ਇਸ ਕਰਕੇ ਸੱਚ ਨਹੀਂ ਕਹਿ ਸਕਦੇ। ਸੋ ਜਿਸ ਪਰਮੇਸ਼ਰ ਤੋਂ ਕਹਿੰਦੇ ਜਗਤ ਪੈਦਾ ਹੋਣ ਵਾਲਾ ਹੈ, ਨਾਨ ਹਾਨ ਕਰ ਜਾਨ ਤੇ ਤਮ ਅਨਾਦ ਕਹੋ ਭਾਨ। ਕਵੀ ਜੀ ਦੱਸਦੇ ਨੇ ਕਿ ਮਾਨ ਹੰਕਾਰ ਨੂੰ ਨਾਸ਼ ਕਰਕੇ ਉਸ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ। ਤਮ ਅਨਾਦ ਕਹੋ ਭਾਨ, ਕਿ ਜੋ ਪਰਮੇਸ਼ਰ ਹੰਕਾਰ ਨੂੰ ਦੂਰ ਕਰਨ ਵਾਲਾ ਹੈ, ਜਿਸ ਦਾ ਅਨਾਦ ਸਾਧ ਸੰਗਤ ਜੀ, ਜੋ ਅਨਾਦ ਹੈ ਭਾਵ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਅਨਾਦ ਫਿਰ ਅਗਿਆਨ ਨੂੰ ਨਾਸ਼ ਕਰਨ ਵਾਲਾ ਹੈ। ਤਮ ਕੀ, ਜੋ ਅਗਿਆਨ ਰੂਪੀ ਹਨੇਰਾ ਹੈ, ਤੇ ਨਾਸ਼ ਕਿਹਨੇ ਕਰਨਾ ਹੈ, ਜੋ ਗਿਆਨ ਰੂਪੀ ਸੂਰਜ ਹੈ ਉਹਦੇ ਨਾਲ ਸਾਧ ਸੰਗਤ ਜੀ ਅਗਿਆਨ ਰੂਪੀ ਹਨੇਰਾ ਨਾਸ਼ ਹੁੰਦਾ ਹੈ। ਤੇ ਹੰਕਾਰ ਨੂੰ ਨਾਸ਼ ਕਰਕੇ, ਅਗਿਆਨ ਨੂੰ ਨਾਸ਼ ਕਰਕੇ ਫਿਰ ਉਹ ਪਰਮੇਸ਼ਰ ਸਾਧ ਸੰਗਤ ਜੀ ਪਾਇਆ ਜਾਂਦਾ। ਦੋਹਰਾ ਸਤ ਚੇਤਨ ਆਨੰਦ ਯਤ, ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ। ਪਰਮੇਸ਼ਰ ਜੋ ਸਤ ਸੱਚਾ ਹੈ, ਚੇਤਨ ਹੈ, ਆਨੰਦ ਸਰੂਪ ਦੇ ਸਹਿਤ ਹੈ, ਫਿਰ ਨਾਮ ਰੂਪ ਹੈ, ਫਿਰ ਨਾਮ ਰੂਪ ਦਾ ਜਗਤ ਹੈ ਜਿਹੜਾ। ਇਹ ਜਿਹੜੀਆਂ ਪੰਜੇ ਚੀਜ਼ਾਂ ਸਤ ਚੇਤਨ ਆਨੰਦ ਤਿੰਨ ਹੋ ਗਏ, ਤੇ ਇੱਕ ਨਾਮ ਤੇ ਇੱਕ ਜਗਤ, ਜਾਂ ਜਗਤ ਦਾ ਨਾਮ ਕਹਿ ਲਈਏ ਜਾਂ ਉਹਦਾ ਨਾਮ ਕਹਿ ਲਈਏ। ਇਹ ਜਿਹੜੇ ਪੰਜੇ ਰੂਪ ਹਨ, ਸੰਤ ਦੋਹਨ ਔਰ ਪਰ ਹਰੈ ਤਿਨ ਤੀਨਹੁ ਕੋ ਸੰਚ। ਕਵੀ ਜੀ ਦੱਸਦੇ ਕਿ ਜਿਹੜੇ ਸੰਤ ਹੈ ਨਾ, ਸੰਤ ਨਿਮਰਤਾ ਨੂੰ ਧਾਰਨ ਕਰਨ ਵਾਲੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਐਸੇ ਸੰਤ ਹੈ ਨਾ, ਉਹ ਦੋਹਨ ਔਰ ਪਰ ਹਰੈ, ਦੋ ਚੀਜ਼ਾਂ ਨੂੰ ਔਰ ਹਿਰਦੇ ਦੇ ਵਿੱਚੋਂ ਪਰ ਹਰੈ ਨਾਸ਼ ਕਰ ਦਿੰਦੇ ਹੈ। ਤੇ ਤਿੰਨ ਤੀਨੋਂ ਕੋ ਸੰਚ, ਜਿਹੜੀਆਂ ਉਹ ਪਿੱਛੇ ਤਿੰਨ ਚੀਜ਼ਾਂ ਹਨ ਉਹਨਾਂ ਨੂੰ ਸੰਚ ਕੀ ਇਕੱਤਰ ਕਰਦੇ ਹਨ। ਤਿੰਨ ਚੀਜ਼ਾਂ ਕਿਹੜੀਆਂ? ਸਤ ਚੇਤਨ ਤੇ ਆਨੰਦ। ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਹੈ, ਭਾਵ ਪਰਮੇਸ਼ਰ ਨੂੰ ਆਪਣਾ ਜਾਣਦੇ, ਪਰਮੇਸ਼ਰ ਨੂੰ ਹਿਰਦੇ ਦੇ ਵਿੱਚ ਵਸਾਉਂਦੇ, ਉਹਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਇਕੱਠਾ ਕਰਕੇ ਰੱਖਦੇ ਆ। ਤੇ ਨਾਮ ਜਿਹੜਾ ਜਗਤ, ਨਾਮ ਰੂਪੀ ਜਗਤ ਹੈ ਝੂਠਾ, ਇਹਨੂੰ ਨਾਸ਼ ਕਰ ਦਿੰਦੇ ਆ, ਇਹਨੂੰ ਨਹੀਂ ਹਿਰਦੇ ਵਿੱਚ ਧਾਰਨ ਕਰਦੇ, ਜਗਤ ਨੂੰ ਨਹੀਂ ਸਤ ਮੰਨਦੇ, ਇੱਕ ਪਰਮੇਸ਼ਰ ਦੇ ਨਾਲ ਹੀ ਲਿਵ ਜੋੜ ਕਰਕੇ ਰੱਖਦੇ ਹਨ। ਤੋ ਕਵੀ ਜੀ ਨੇ ਸਾਧ ਸੰਗਤ ਜੀ ਇਹ ਮੰਗਲਾਂ ਦੀ ਜਿਹੜੀ ਕਥਾ ਆਪ ਜੀ ਨੂੰ ਸਰਵਣ ਕਰਾਈ ਹੈ ਕਿ ਐਸਾ ਭਾਈ ਪਰਮੇਸ਼ਰ, ਉਸ ਨੂੰ ਸਾਡੀ ਨਮਸਕਾਰ ਹੈ। ਇਹ ਕਵੀਆਂ ਦੀ ਮਰਿਆਦਾ ਦੇ ਅਨੁਸਾਰ ਸਾਧ ਸੰਗਤ ਜੀ ਮੰਗਲ ਕਰ ਰਹੇ ਹਨ। ਕੱਲ੍ਹ ਦੇ ਦਿਨ ਵੀ ਮੰਗਲ ਆਉਣਗੇ ਤੇ ਉਸ ਤੋਂ ਬਾਅਦ ਫਿਰ ਕਥਾ ਗੁਰੂ ਅੰਗਦ ਦੇਵ ਮਹਾਰਾਜ ਦਾ ਇਤਿਹਾਸ ਪ੍ਰਾਰੰਭ ਹੋ ਜਾਣਾ ਹੈ। ਉਸ ਸਮੇਂ ਦੀ ਸਾਧ ਸੰਗਤ ਦੀ ਸਮਾਪਤੀ ਹੈ।
ਇੱਥੇ ਤੱਕ ਮਹਾਰਾਜ ਜੀ ਦੀ ਕਥਾ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ। ਅੱਜ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਹੈ, ਜੋ ਜਗਤ ਗੁਰੂ ਸਤਿਗੁਰੂ ਸਾਰਿਆਂ ਧਰਮਾਂ ਦੇ ਸਾਂਝੇ ਰਹਿਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਸਾਧ ਸੰਗਤ ਜੀ ਜੇ ਸਮਾਂ ਲਾਉਣਾ ਹੋਵੇ ਨਾ, ਤਾਂ ਗਰੀਬ ਨਵਾਜ਼ ਜੀ ਦਾ ਇਤਨਾ ਜੀਵਨ ਹੈ, ਇਤਨੇ ਮਹਾਰਾਜ ਜੀ ਨੇ ਮਨੁੱਖ ਤਾਰੇ ਹਨ, ਇਤਨੀ ਸ੍ਰਿਸ਼ਟੀ ਤਾਰੀ ਹੈ, ਜੀਵ ਪਸ਼ੂ ਪੰਛੀ ਸਾਰੇ ਗਰੀਬ ਨਵਾਜ਼ ਜੀ ਨੇ ਤਾਰੇ, ਤੇ ਅੰਤ ਨਹੀਂ ਪਾਇਆ ਜਾ ਸਕਦਾ ਕਿਸੇ ਪ੍ਰਕਾਰ ਵੀ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵੀ ਆਪ ਜੀ ਨੂੰ ਇਸ ਸਥਾਨ ਦੇ ਵੱਲੋਂ, ਇੱਥੋਂ ਦੇ ਸੇਵਾਦਾਰਾਂ ਵੱਲੋਂ, ਮਹਾਂਪੁਰਖਾਂ ਦੇ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸੋ ਇੱਥੇ ਹੀ ਦੋ ਪੰਕਤੀਆਂ ਪੜ੍ਹ ਕੇ ਹੁਣ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਵੀ ਐਸ ਕੁ ਸਮੇਂ ਸਾਧ ਸੰਗਤ ਜੀ ਕਥਾ ਫੇਰ ਪ੍ਰਾਰੰਭ ਹੋ ਜਾਵੇਗੀ। ਸਾਰਿਆਂ ਨੂੰ ਬੇਨਤੀ ਹੈ ਕਿ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਕਥਾ ਸਰਵਣ ਕਰਨ ਦੀ ਕਿਰਪਾਲਤਾ ਕਰਿਓ ਜੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੋਹਰਾ ਸਤ ਚੇਤਨ ਆਨੰਦ ਯੁਤ ਨਾਮ ਰੂਪ ਜਗ ਪੰਚ ਸੰਤ ਦੋਨ ਔਰ ਪਰ ਹਰੈ ਤੈਨ ਤਿਨਹੁ ਕੋ ਸੰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।